ਵੈਲਕਮ ਬੈਕ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਇਸ ਚੈਨਲ ਦੇ ਉੱਪਰ ਰਾਈਟ ਔਨ ਦੇ ਉੱਪਰ। ਤਾਂ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਦੇ ਉੱਪਰ, ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਅੱਜ ਆਪਣਾ ਚੈਪਟਰ ਨੰਬਰ 2 ਆਪਾਂ ਸਟਾਰਟ ਕਰਨ ਲੱਗੇ ਹਾਂ ਔਰ ਇਸ ਚੈਪਟਰ ਦਾ ਨਾਮ ਹੈ ਭਾਸ਼ਾ ਅਧਿਆਪਨ। ਥੋੜੀ ਜਿਹੀ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹੁੰਦੀ ਹਾਂ ਕਿ ਚੈਪਟਰ ਨੰਬਰ 1 ਆਪਣਾ ਕੰਪਲੀਟ ਹੋ ਚੁੱਕਿਆ, ਉਸ ਦੇ ਨਾਲ ਰਿਲੇਟਡ ਐਮਸੀਕਿਊਜ਼ ਵੀ ਆਪਾਂ ਕਰ ਚੁੱਕੇ ਹਾਂ ਔਰ ਅੱਜ ਆਪਾਂ ਚੈਪਟਰ ਨੰਬਰ 2 ਵਿਚ ਇਜ਼ ਭਾਸ਼ਾ ਅਧਿਆਪਨ ਸਾਰਾ ਦਾ ਸਾਰਾ ਕੰਪਲੀਟ ਕਰ ਦੇਵਾਂਗੇ। ਆਫਟਰ ਦੈਟ ਨੈਕਸਟ ਕਲਾਸ ਕੱਲ੍ਹ ਮਿਲੇਗੀ ਤੁਹਾਨੂੰ, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਇਸ ਦੇ ਐਮਸੀਕਿਊਜ਼ ਦੇ ਬਾਰੇ। ਠੀਕ ਹੈ ਜੀ। ਪੇਪਰ 1 ਪੇਪਰ 2 ਦੋਨਾਂ ਦੇ ਸਟੂਡੈਂਟਸ ਲਈ ਰਹਿਣ ਵਾਲਾ ਇਹ ਸੈਸ਼ਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ। ਠੀਕ ਹੈ, ਡਾਇਰੈਕਟ ਇਸ ਦੇ ਵਿੱਚੋਂ ਕੁਐਸਚਨਸ ਨੇ ਜੋ ਦੇਖਣ ਨੂੰ ਮਿਲਦੇ ਨੇ, ਈਜ਼ੀ ਹੁੰਦਾ। ਤਾਂ ਕਰੀਏ ਫਿਰ ਸਟਾਰਟ ਬਿਨਾਂ ਟਾਈਮ ਵੇਸਟ ਕੀਤੇ। ਲੈਕਚਰ ਨੰਬਰ 5 ਹੈ। ਇੱਕ ਇਨਫੋਰਮੇਸ਼ਨ ਹੋਰ, ਟੈਲੀਗ੍ਰਾਮ ਗਰੁੱਪ ਜਿਸ ਨੇ ਹਾਲੇ ਤੱਕ ਜੁਆਇਨ ਨਹੀਂ ਕੀਤਾ ਜੀ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਯੂਜ਼ਫੁਲ ਹੋਏਗਾ, ਇਨਫੋਰਮੇਟਿਵ ਹੋਏਗਾ। ਜੋ ਪ੍ਰੈਜੈਂਟੇਸ਼ਨ ਦੀਆਂ ਪੀਡੀਐਫਸ ਨੇ ਉਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੀ ਸੈਂਡ ਕੀਤੀਆਂ ਜਾਂਦੀਆਂ ਨੇ ਐਂਡ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਏਗਾ, ਤੁਹਾਨੂੰ ਜੁਆਇਨ ਕਰ ਲਿਓ। ਠੀਕ ਹੈ, ਚਲੋ ਤਾਂ ਬਿਨਾਂ ਟਾਈਮ ਵੇਸਟ ਕੀਤੇ ਅੱਗੇ ਵਧਦੇ ਹਾਂ ਜੀ। ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ ਜਿਸ ਦਾ ਨਾਮ ਹੈ ਭਾਸ਼ਾ ਅਧਿਆਪਨ। ਤਾਂ ਭਾਸ਼ਾ ਅਧਿਆਪਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਸਿੱਖਿਆ ਦੇਖੋ, ਭਾਸ਼ਾ ਸਿੱਖਣਾ ਬਾਰੇ ਪੜ੍ਹਦੇ ਹਾਂ, ਕਿਉਂਕਿ ਭਾਸ਼ਾ ਸਿੱਖਣਾ ਤੇ ਭਾਸ਼ਾ ਅਧਿਆਪਨ ਦੋਨੋਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਿੱਕੇ ਦੇ ਦੋ ਹੀ ਪਹਿਲੂ ਨੇ। ਕਿਉਂਕਿ ਜਿਵੇਂ ਭਾਸ਼ਾ ਅਧਿਆਪਨ ਕੀਤਾ ਜਾਂਦਾ ਹੈ ਉਸੇ ਤਰੀਕੇ ਨਾਲ ਬੱਚਾ ਭਾਸ਼ਾ ਨੂੰ ਸਿੱਖਦਾ ਹੈ। ਠੀਕ ਹੈ, ਕਲੀਅਰ ਹੈ। ਤਾਂ ਭਾਸ਼ਾ ਅਧਿਆਪਨ ਤੇ ਭਾਸ਼ਾ ਸਿੱਖਣਾ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਆਪਾਂ ਸਿੱਖਣਾ ਬਾਰੇ ਡਿਟੇਲ ਦੇ ਵਿੱਚ ਪੜਾਂਗੇ ਔਰ ਉਸ ਤੋਂ ਬਾਅਦ ਆਪਾਂ ਸਮਝਾਂਗੇ ਕਿ ਅਧਿਆਪਨ ਤੇ ਸਿੱਖਣਾ ਦੇ ਵਿੱਚ ਕੀ ਰਿਲੇਸ਼ਨ ਹੈ। ਤਾਂ ਥੋੜਾ ਜਿਹਾ ਓਵਰਵਿਊ ਲੈ ਲੈਂਦੇ ਹਾਂ ਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਪੜ੍ਹਨਾ ਹੈ ਭਾਸ਼ਾ ਸਿੱਖਣਾ। ਠੀਕ ਹੈ ਜੀ। ਸਿੱਖਣ ਦੀਆਂ ਜੋ ਵੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਭਾਸ਼ਾ ਜੋ ਆਪਾਂ ਸਿਖਾਣੀ ਹੈ, ਦੈਟ ਇਜ਼ ਮੀਨਿੰਗ ਅਧਿਆਪਨ, ਹੈ ਨਾ। ਉਹਦੇ ਕਿਹੜੇ ਸੂਤਰ ਆਪਾਂ ਨੂੰ ਅਪਣਾਉਣੇ ਚਾਹੀਦੇ ਨੇ। ਇੱਕ ਤਰੀਕੇ ਨਾਲ ਭਾਸ਼ਾ ਅਧਿਆਪਨ ਵੀ ਕਹਿ ਸਕਦੇ ਹੋ, ਜੋ ਭਾਸ਼ਾ ਸਿਖਾਉਣਾ ਵੀ ਕਹਿ ਸਕਦੇ ਹੋ। ਉਹਨਾਂ ਦੇ ਤੱਤਾਂ ਬਾਰੇ ਪੜਾਂਗੇ, ਸੂਤਰਾਂ ਬਾਰੇ ਪੜਾਂਗੇ। ਸਿਖਾਉਣ ਦੇ ਸਿਧਾਂਤ ਕਿਹੜੇ ਹੋਣੇ ਚਾਹੀਦੇ ਨੇ ਤੇ ਸਿਖਾਉਣ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਲਾਸਟ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਸਿੱਖਣ ਤੇ ਅਧਿਆਪਨ ਦੇ ਵਿੱਚ ਕੀ ਸੰਬੰਧ ਹੈ। ਤਾਂ ਇਹ ਸਾਰੀਆਂ ਚੀਜ਼ਾਂ ਅੱਜ ਦੇ ਕਲਾਸ ਦੇ ਵਿੱਚ ਰਹਿਣਗੀਆਂ ਔਰ ਟੌਪਿਕ ਖਤਮ ਹੋ ਜਾਏਗਾ। ਵੈਸੇ ਭਾਸ਼ਾ ਸਿੱਖਣਾ ਤੁਸੀਂ ਆਲਰੇਡੀ ਪ੍ਰੀਵੀਅਸ ਕਲਾਸ ਦੇ ਵਿੱਚ ਪੜ੍ਹ ਚੁੱਕੇ ਹੋ, ਤਾਂ ਇਹ ਜੋ ਸਾਰਾ ਰਿਟਨ ਹੈ ਇਹ ਆਲਰੇਡੀ ਫਸਟ ਕਲਾਸ ਦੇ ਵਿੱਚ ਆਪਾਂ ਕਵਰ ਕੀਤਾ ਹੋਇਆ। ਤਾਂ ਰੀਡ ਨਹੀਂ ਕਰਾਂਗੀ, ਜਸਟ ਇੱਕ ਓਵਰਵਿਊ ਦਵਾਂਗੀ ਕਿ ਜਦੋਂ ਬੱਚਾ ਘਰ ਤੋਂ ਬਾਅਦ 3-4 ਸਾਲ ਦਾ ਹੋਣ ਤੋਂ ਬਾਅਦ ਉਸਨੂੰ ਆਪਾਂ ਸਕੂਲ ਦੇ ਵਿੱਚ ਐਡਮਿਸ਼ਨ ਦੇ ਦਿੰਦੇ ਹਾਂ। ਸਕੂਲ ਦੇ ਵਿੱਚ ਜਦੋਂ ਉਹ ਚਲਾ ਜਾਂਦਾ ਤਾਂ ਇੱਕ ਸਪੈਸ਼ਲ ਇਨਵਾਇਰਨਮੈਂਟ ਉਹਦੇ ਲਈ ਕ੍ਰੀਏਟ ਕੀਤਾ ਜਾਂਦਾ। ਟੀਚਰਸ ਹੁੰਦੇ ਨੇ, ਟੀਚਰਸ ਇੱਕ ਸਪੈਸੀਫਿਕ ਇਨਵਾਇਰਨਮੈਂਟ ਬਣਾਉਂਦੇ ਨੇ, ਬਹੁਤ ਸਾਰੇ ਚੀਜ਼ਾਂ ਦੀ ਵਰਤੋਂ ਕਰਦੇ ਨੇ, ਟੀਚਿੰਗ ਏਡਸ ਨੂੰ ਯੂਜ਼ ਕਰਦੇ ਨੇ, ਕੌਸ਼ਲ ਸਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਮਤਲਬ ਇੱਕ ਸਪੈਸੀਫਿਕ ਇਨਵਾਇਰਨਮੈਂਟ ਦੇ ਵਿੱਚ ਜਦੋਂ ਉਹ ਸੈਕਿੰਡ ਲੈਂਗੁਏਜ ਸਿੱਖਣੀ ਸ਼ੁਰੂ ਕਰਦਾ ਹੈ ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ, ਭਾਸ਼ਾ ਸਿੱਖਣਾ। ਕਲੀਅਰ ਹੈ ਜੀ। ਇਹ ਆਲਰੇਡੀ ਤੁਹਾਨੂੰ ਪਤਾ, ਜੇਕਰ ਤੁਸੀਂ ਪਹਿਲੇ ਕਲਾਸਿਸ ਲਗਾਈਆਂ ਹੋਈਆਂ ਨੇ, ਜੇ ਨਹੀਂ ਲਗਾਈਆਂ ਹੋਈਆਂ ਤਾਂ ਲਗਾ ਲਓ। ਠੀਕ ਹੈ, ਤਾਂ ਉਹਦੇ ਵਿੱਚ ਆਪਾਂ ਬਹੁਤ ਡਿਟੇਲ ਦੇ ਵਿੱਚ ਸਮਝਿਆ ਸੀ ਕਿ ਭਾਸ਼ਾ ਪ੍ਰਾਪਤ ਕਰਨਾ ਤੇ ਭਾਸ਼ਾ ਸਿੱਖਣਾ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ। ਸੋ ਇਸ ਚੀਜ਼ ਉੱਪਰ ਦੁਬਾਰਾ ਵੇਸਟ ਨਹੀਂ ਕਰਾਂਗੇ ਟਾਈਮ, ਇਹ ਆਲਰੇਡੀ ਤੁਹਾਨੂੰ ਪਤਾ ਹੈ, ਵਿਚ ਇਜ਼ ਵੈਰੀ ਈਜ਼ੀ ਥਿੰਗ ਕਿ ਜਦੋਂ ਵੀ ਬੱਚਾ ਇੱਕ ਸਪੈਸੀਫਿਕ ਇਨਵਾਇਰਨਮੈਂਟ ਦੇ ਵਿੱਚ ਐਫਰਟਸ ਲਗਾ ਕੇ ਸਕੂਲ ਦੇ ਵਿੱਚ ਜਾ ਕੇ ਸਕੂਲ ਦੇ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਅਧਿਆਪਕ ਦੀ ਮਿਹਨਤ ਦੇ ਨਾਲ ਜੋ ਉਹ ਸਿੱਖਦਾ ਹੈ ਉਸਨੂੰ ਆਪਾਂ ਭਾਸ਼ਾ ਸਿੱਖਣਾ ਕਹਿੰਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਇਸ ਨੂੰ ਆਪਾਂ ਸਟੱਡੀ ਕਰਦੇ ਹਾਂ ਹੁਣ, ਭਾਸ਼ਾ ਸਿੱਖਣਾ ਦੀਆਂ ਵਿਸ਼ੇਸ਼ਤਾਵਾਂ। ਤਾਂ ਭਾਸ਼ਾ ਸਿੱਖਣ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤੁਸੀਂ ਇੱਥੇ ਦੇਖ ਰਹੇ ਹੋਵੋਗੇ ਵਿਸ਼ੇਸ਼ਤਾਵਾਂ ਦਾ ਮਤਲਬ ਕੀ ਹੈ ਕਿ ਭਾਸ਼ਾ ਸਿੱਖਣ ਕਿਉਂ ਜ਼ਰੂਰੀ ਹੈ ਇੱਕ ਤਰੀਕੇ ਨਾਲ, ਹੈ ਨਾ। ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਰਹੇ ਹੋ ਕਿ ਸਿੱਖਣ ਨਾਲ ਕੀ ਆਉਂਦੀ ਹੈ, ਵਿਵਹਾਰ ਵਿੱਚ ਤਬਦੀਲੀ ਆਉਂਦੀ ਹੈ। ਕੁਝ ਵੀ ਅਗਰ ਆਪਾਂ ਨਾ ਸਿੱਖਣ ਨਾਲ ਕੀ ਹੁੰਦਾ, ਆਪਣਾ ਡਿਵੈਲਪ ਹੁੰਦਾ, ਆਪਾਂ ਗਰੋ ਕਰਦੇ ਹਾਂ, ਆਪਾਂ ਨੂੰ ਨੌਲੇਜ ਆਉਂਦੀ ਹੈ, ਅਨੁਭਵ ਹੁੰਦਾ। ਠੀਕ ਹੈ, ਤਾਂ ਉਹਦੇ ਨਾਲ ਆਪਣੇ ਵਿਵਹਾਰ ਦੇ ਵਿੱਚ ਵੀ ਤਬਦੀਲੀ ਆਉਂਦੀ ਹੈ, ਵਿਚ ਇਜ਼ ਅ ਵੈਰੀ ਕਾਮਨ ਔਰ ਨੈਚੁਰਲ ਥਿੰਗ। ਸੋ ਫਸਟ ਪੁਆਇੰਟ ਤਾਂ ਵੈਰੀ ਕਲੀਅਰ ਹੋਏਗਾ ਕਿ ਇਸ ਦੇ ਨਾਲ ਆਪਣੇ ਨੇਚਰ ਦੇ ਵਿੱਚ, ਵਿਵਹਾਰ ਦੇ ਵਿੱਚ ਆਪਾਂ ਥੋੜੇ ਮੈਚਿਓਰ ਹੋ ਜਾਂਦੇ ਹਾਂ, ਹੈ ਨਾ। ਸਿੱਖਣ ਨਾਲ ਆਪਣੇ ਵਿਵਹਾਰ ਦੇ ਵਿੱਚ ਤਬਦੀਲੀ ਆਉਂਦੀ ਹੈ। ਉਸ ਤੋਂ ਬਾਅਦ ਸਿੱਖਣਾ ਵਿਅਕਤੀਗਤ ਤੇ ਸਮੂਹਿਕ ਹੁੰਦਾ। ਵਿਅਕਤੀਗਤ ਮਤਲਬ ਇੰਡੀਵਿਜੂਅਲ, ਮਤਲਬ ਇਕੱਲਾ ਬੱਚਾ ਵੀ ਸਿੱਖ ਸਕਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਮੂਹਿਕ ਗਰੁੱਪਸ ਦੇ ਵਿੱਚ ਵੀ ਸਿੱਖ ਸਕਦਾ। ਹੁਣ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਸ ਚੀਜ਼ ਬਾਰੇ ਸਟੱਡੀ ਕਰ ਰਹੇ ਹੋ ਜਾਂ ਕਿਸ ਚੀਜ਼ ਬਾਰੇ ਸਿੱਖ ਰਹੇ ਹੋ। ਤਾਂ ਇੰਡੀਵਿਜੂਅਲੀ ਵੀ ਸਿੱਖਿਆ ਜਾ ਸਕਦਾ ਹੈ, ਇਕੱਲਾ ਵੀ। ਅਗਰ ਆਪਾਂ ਸੜਕ ਦੇ ਉੱਪਰ ਜਾ ਰਹੇ ਹਾਂ ਤਾਂ ਆਪਾਂ ਉੱਥੇ ਵੀ ਬਹੁਤ ਕੁਝ ਸਿੱਖ ਸਕਦੇ ਹਾਂ, ਹੈ ਨਾ, ਆਲੇ ਦੁਆਲੇ ਨੂੰ ਦੇਖ ਕੇ। ਇੰਡੀਵਿਜੂਅਲੀ ਗਰੁੱਪਸ ਦੇ ਨਾਲ ਸਟੱਡੀ ਕਰਨਾ, ਗਰੁੱਪਸ ਦੇ ਨਾਲ ਆਪਾਂ ਜਦੋਂ ਸਟੱਡੀ ਕਰਦੇ ਹਾਂ ਤਾਂ ਉੱਥੇ ਵੀ ਸਿੱਖਿਆ ਜਾ ਸਕਦਾ। ਤਾਂ ਸਿੱਖਣਾ ਕੀ ਹੁੰਦਾ, ਵਿਅਕਤੀਗਤ ਵੀ ਹੁੰਦਾ ਹੈ ਔਰ ਸਮੂਹਿਕ ਵੀ ਹੁੰਦਾ ਹੈ। ਠੀਕ ਹੈ ਜੀ। ਨਿਰੀਖਣਯੋਗ ਤੇ ਮਾਪਣਯੋਗ ਤੱਤ ਹੈ, ਬਿਲਕੁਲ ਇਸ ਨੂੰ ਸਮਝਿਆ ਜਾ ਸਕਦਾ ਹੈ ਕਿ ਮੈਨੇ ਕਿੰਨਾ ਸਿੱਖਿਆ। ਤੇ ਇਸ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ। ਆਪਾਂ ਈਜ਼ੀਲੀ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੈਨੇ ਅੱਜ ਕਿੰਨਾ ਸਿੱਖਿਆ, ਕਿੰਨਾ ਮੈਨੇ ਹੋਰ ਨਵੀਂ ਨੌਲੇਜ ਨੂੰ ਲਿਆ, ਹੋਰ ਨਵੀਂ ਨੌਲੇਜ ਨੂੰ ਮੈਨੇ ਪ੍ਰਾਪਤ ਕੀਤਾ, ਹੈ ਨਾ। ਸੋ ਥਰਡ ਪੁਆਇੰਟ ਇਜ਼ ਆਲਸੋ ਵੈਰੀ ਸਿੰਪਲ। ਅਗਰ ਆਪਾਂ ਅੱਗੇ ਗੱਲ ਕਰੀਏ, ਬਹੁਤ ਬੇਸਿਕ ਜਿਹੀਆਂ ਗੱਲਾਂ ਸਾਰੀਆਂ ਆਲਰੇਡੀ ਪਤਾ ਨੇ, ਬਸ ਥੋੜੀ ਜਿਹੀ ਵਰਡ ਡਿਫਿਕਲਟ
ਡਿਫਿਕਲਟ ਹੁੰਦੇ ਨੇ ਜਿਹਦੇ ਕਰਕੇ ਆਪਾਂ ਰਹਿ ਜਾਂਦੇ ਹਾਂ। ਤਾਂ ਉਹ ਸਾਰੀਆਂ ਚੀਜ਼ਾਂ ਇੱਥੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖਣ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ, ਓਬਵੀਅਸਲੀ ਹੁੰਦਾ। ਹੁਣ ਫੋਰ ਐਗਜ਼ਾਮਪਲ ਤੁਸੀਂ ਇੱਥੇ ਪੰਜਾਬੀ ਪੈਡਾਗੋਜੀ ਸਿੱਖ ਰਹੇ ਹੋ ਤਾਂ ਓਬਵੀਅਸਲੀ ਤੁਹਾਡੇ ਕੋਲ ਕੋਈ ਨਾ ਕੋਈ ਮੋਟਿਵ ਹੈ। ਤੁਸੀਂ ਸੀਟੈਟ ਨੂੰ ਕਲੀਅਰ ਕਰਨਾ ਚਾਹੁੰਦੇ ਹੋ, ਉਸ ਤੋਂ ਬਾਅਦ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਜਾ ਕੇ ਆਪਣੀ ਨੌਕਰੀ ਲੈਣਾ ਚਾਹੁੰਦੇ ਹੋ, ਤਾਂ ਮਤਲਬ ਤੁਹਾਡੇ ਕੋਲ ਕੋਈ ਨਾ ਕੋਈ ਉਦੇਸ਼ ਹੈਗਾ। ਤਾਂ ਮਤਲਬ ਜਦੋਂ ਵੀ ਆਪਾਂ ਕੁਛ ਨਾ ਕੁਛ ਸਿੱਖਣਾ ਸਟਾਰਟ ਕਰਦੇ ਹਾਂ ਤਾਂ ਉਸ ਦਾ ਆਪਣਾ ਮੋਟਿਵ ਹੁੰਦਾ ਕਿ ਹਾਂਜੀ ਮੈਨੇ ਇਹ ਲੈਂਗੁਏਜ ਸਿੱਖਣੀ ਹੈ ਜਾਂ ਮੈਨੇ ਇਹ ਕੰਮ ਸਿੱਖਣਾ ਹੈ ਜਿਹਦੇ ਕਰਕੇ ਮੈਨੂੰ ਅੱਗੇ ਬੈਨੀਫਿਟ ਹੋਏਗਾ, ਜਾਂ ਮੇਰਾ ਇਹ ਉਦੇਸ਼ ਹੈ, ਹੈ ਨਾ। ਹੁਣ ਇੱਥੇ ਆਪਾਂ ਅਗਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ ਤਾਂ ਹੀ ਤਾਂ ਉਸਨੂੰ ਫਰਸਟ ਲੈਂਗੁਏਜ ਨੂੰ ਪ੍ਰਾਪਤ ਕਰਨਾ ਕਿਹਾ ਜਾਂਦਾ, ਕਿਉਂਕਿ ਉੱਥੇ ਬੱਚਾ ਬਿਨਾਂ ਕਿਸੇ ਮੋਟਿਵ ਤੋਂ ਸਿੱਖਦਾ ਵੀ ਨਹੀਂ ਹੈ, ਮਤਲਬ ਉਹ ਨੈਚੁਰਲੀ ਉਹ ਪ੍ਰਾਪਤ ਕਰ ਲੈਂਦਾ ਲੈਂਗੁਏਜਸ ਨੂੰ, ਉੱਥੇ ਕੋਈ ਐਫਰਟਸ ਨਹੀਂ ਲਗਾਉਂਦਾ, ਨਾ ਉਹਦੇ ਮਾਈਂਡ ਦੇ ਵਿੱਚ ਹੁੰਦਾ ਹਾਂਜੀ ਮੈਂ ਆਪਣੀ ਮਾਤ ਭਾਸ਼ਾ ਸਿੱਖਣੀ ਹੈ, ਨਾ ਕੋਈ ਮੋਟਿਵ ਹੁੰਦਾ। ਤਾਂ ਮਤਲਬ ਉਹ ਨੈਚੁਰਲੀ ਹੱਸਦਾ ਖੇਡਦਾ ਨੈਚੁਰਲੀ ਪ੍ਰਾਪਤ ਕਰ ਲੈਂਦਾ, ਸਿੱਖਦਾ ਨਹੀਂ ਹੈ, ਠੀਕ ਹੈ। ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਅਖਤਿਆਰ ਅਰਜਨ ਕਰਨਾ, ਪ੍ਰਾਪਤ ਕਰਨਾ। ਰਿਪੀਟ ਕਰ ਰਹੀ ਹਾਂ ਤਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਬੈਠ ਜਾਣ। ਔਰ ਸਿੱਖਣਾ ਹੁੰਦਾ ਜਿਹਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ। ਨੈਕਸਟ, ਸਿੱਖਣ ਦਾ ਖੇਤਰ ਵਿਆਪਕ ਹੈ। ਬਿਲਕੁਲ ਇਹ ਬਹੁਤ ਵਾਈਡ ਖੇਤਰ ਹੁੰਦਾ ਹੈ ਸਿੱਖਣ ਦਾ। ਇਟ ਇਜ਼ ਨੋਟ ਮਤਲਬ ਇਹ ਤਾਂ ਬਿਲਕੁਲ ਹੀ ਸਹੀ ਨਹੀਂ ਕਹਿ ਸਕਦੇ ਕਿ ਹਾਂਜੀ ਮੈਂ ਇੰਨਾ ਕੁ ਹੀ ਸਿੱਖ ਸਕਦਾ, ਇਸ ਤੋਂ ਬਾਅਦ ਮੈਂ ਸਿੱਖ ਨਹੀਂ ਸਕਦਾ। ਵੈਰੀ ਰੋਂਗ। ਤੁਸੀਂ ਆਪਣੇ ਜਨਮ ਤੋਂ ਲੈ ਕੇ ਟਿਲ ਡੈਥ ਬਹੁਤ ਕੁਝ ਸਿੱਖ ਸਕਦੇ ਹੋ। 80-90 ਸਾਲ ਦੀ ਉਮਰ ਤੱਕ ਵੀ ਆਪਾਂ ਸਿੱਖਦੇ ਰਹਿੰਦੇ ਹਾਂ, ਉਸ ਤੋਂ ਬਾਅਦ ਵੀ ਆਪਾਂ ਸਿੱਖਦੇ ਰਹਿੰਦੇ ਹਾਂ। ਸਿੱਖਣ ਦੀ ਕੋਈ ਲਿਮਿਟਡ ਜਗ੍ਹਾ ਨਹੀਂ ਹੁੰਦੀ, ਕੋਈ ਲਿਮਿਟਡ ਇੱਦਾਂ ਨਹੀਂ ਹੈ ਕਿ ਬੁੱਕਸ ਹੋਣਗੀਆਂ ਤਾਂ ਹੀ ਮੈਂ ਸਿੱਖ ਸਕਦਾ, ਏਰੀਆ ਹੋਏਗਾ ਤਾਂ ਹੀ ਮੈਂ ਸਿੱਖ ਸਕਦਾ, ਇੱਦਾਂ ਤਾਂ ਕੁਛ ਨਹੀਂ ਹੈ। ਰੈਂਡਮ ਸੜਕ ਦੇ ਉੱਪਰ ਚੱਲਦੇ ਹੋਏ ਵੀ ਅਗਰ ਆਪਾਂ ਨੂੰ ਕੋਈ ਚੀਜ਼ ਇੱਦਾਂ ਦੀ ਨਜ਼ਰ ਆ ਜਾਂਦੀ ਹੈ ਜਿਹਦੇ ਬਾਰੇ ਆਪਾਂ ਨੂੰ ਪਹਿਲਾਂ ਨੌਲੇਜ ਨਹੀਂ ਸੀ ਤਾਂ ਆਪਾਂ ਉਸ ਨੂੰ ਵੀ ਸਿੱਖਣਾ ਹੀ ਕਹਾਂਗੇ। ਉੱਥੋਂ ਵੀ ਆਪਾਂ ਨੂੰ ਕੋਈ ਨਾ ਕੋਈ ਨੌਲੇਜ ਹੀ ਗੇਨ ਹੋਈ ਹੈ। ਅਤੇ ਸਿੱਖਣ ਦਾ ਕੋਈ ਨਾ ਕੋਈ ਸਿੱਖਣ ਦਾ ਜਿਹੜਾ ਖੇਤਰ ਹੈ ਉਹ ਬਹੁਤ ਜ਼ਿਆਦਾ ਵਾਈਡ ਹੁੰਦਾ ਹੈ, ਅਨਲਿਮਿਟਡ ਹੁੰਦਾ, ਲਗਾਤਾਰ ਆਪਣਾ ਲਾਈਫ ਟਾਈਮ ਚੱਲਦਾ ਰਹਿੰਦਾ ਹੈ, ਠੀਕ ਹੈ ਜੀ। ਸਿੱਖਣਾ ਇੱਕ ਬੁੱਧੀਪੂਰਨ ਪ੍ਰਕਿਰਿਆ ਹੈ। ਦਿਸ ਇਜ਼ ਅ ਵੈਰੀ ਕਾਮਨ ਪੁਆਇੰਟ ਕਿ ਬੁੱਧੀਪੂਰਨ ਪ੍ਰਕਿਰਿਆ ਹੈ। ਇਹਦੇ ਵਿੱਚ ਤਾਂ ਕੀ ਹੀ ਐਕਸਪਲੇਨ ਕਰਾਂ ਮੈਂ, ਠੀਕ ਹੈ ਜੀ। ਇਹ ਨਿਰੰਤਰ ਉਮਰ ਪਰ ਚੱਲਦਾ ਹੈ, ਠੀਕ ਹੈ। ਉਹ ਵੀ ਮੈਂ ਸੇਮ ਦੇਖੋ ਜਦੋਂ ਖੇਤਰ ਵਿਆਪਕ ਦੀ ਗੱਲ ਹੋ ਰਹੀ ਸੀ ਤਾਂ ਇਹੀ ਕਿਹਾ ਸੀ ਕਿ ਟਿਲ ਦੈਟ ਆਪਾਂ ਲਗਾਤਾਰ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ। ਇੱਦਾਂ ਨਹੀਂ ਹੈ ਕਿ ਅੱਜ ਸਿੱਖਿਆ 18 ਸਾਲ ਦੀ ਉਮਰ ਤੋਂ ਬਾਅਦ ਨਹੀਂ ਸਿੱਖ ਸਕਦੇ, 24 ਸਾਲ ਦੀ ਉਮਰ ਤੋਂ ਬਾਅਦ ਨਹੀਂ ਸਿੱਖ ਸਕਦੇ, ਇੱਦਾਂ ਤਾਂ ਕੁਛ ਨਹੀਂ ਹੁੰਦਾ। ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਕਦੋਂ ਵੀ ਕਿਵੇਂ ਵੀ ਨੌਲੇਜ ਜੋ ਹੈ ਗੇਨ ਕਰਦੇ ਰਹਿਣਾ ਚਾਹੀਦਾ ਹੈ। ਔਰ ਇਹ ਆਪਾਂ ਨੂੰ ਉਮਰ ਭਰ ਚੱਲਣ ਵਾਲਾ ਪ੍ਰੋਸੈਸ ਹੈ, ਠੀਕ ਹੈ। ਇਹ ਅਨੁਭਵਾਂ ਦਾ ਸਮੂਹ ਹੈ, ਬਹੁਤ ਜ਼ਿਆਦਾ ਐਕਸਪੀਰੀਅੰਸਿਸ ਹੁੰਦੇ ਨੇ। ਜਿਵੇਂ ਜਿਵੇਂ ਆਪਾਂ ਸਿੱਖਦੇ ਜਾਂਦੇ ਹਾਂ ਆਪਾਂ ਨੂੰ ਸਕਸੈਸ ਵੀ ਮਿਲਦੀ ਹੈ, ਫੇਲੀਅਰ ਵੀ ਮਿਲਦੇ ਨੇ, ਤਾਂ ਉਹਨਾਂ ਨਾਲ ਆਪਾਂ ਨੂੰ ਐਕਸਪੀਰੀਅੰਸ ਮਿਲਦੇ ਨੇ। ਜਿਵੇਂ ਕਿ ਬਹੁਤ ਜਗ੍ਹਾ 'ਤੇ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਕੋਈ ਨੌਲੇਜ ਦਿੰਦਾ ਆਪਾਂ ਨੂੰ ਤਾਂ ਉਹ ਕਹਿੰਦਾ ਹਾਂਜੀ ਮੈਨੂੰ ਐਕਸਪੀਰੀਅੰਸ ਇਸ ਚੀਜ਼ ਦਾ, ਜਾਂ ਮੇਰਾ ਐਕਸਪੀਰੀਅੰਸ ਬੋਲਦਾ। ਮੀਨਸ ਉਹ ਬਹੁਤ ਸਾਰੇ ਇੱਦਾਂ ਦੀ ਸਿਚੁਏਸ਼ਨਸ ਦੇ ਵਿੱਚੋਂ ਲੰਘਿਆ ਹੋਇਆ, ਬਹੁਤ ਜ਼ਿਆਦਾ ਸਿੱਖਿਆ ਹੋਇਆ, ਤਾਂ ਇਹਦੇ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਅਨੁਭਵ ਹੁੰਦਾ ਹੈ ਹਰ ਇੱਕ ਚੀਜ਼ ਦਾ, ਠੀਕ ਹੈ। ਇਹ ਸੋਚੀ ਸਮਝੀ ਪ੍ਰਕਿਰਿਆ ਹੈ, ਬਿਲਕੁਲ ਇਹ ਆਪਾਂ ਸੋਚ ਸਮਝ ਕੇ ਕਰਦੇ ਹਾਂ, ਜਾਣੇ ਅਣਜਾਣੇ ਨਹੀਂ ਕਰਦੇ। ਜਿਵੇਂ ਕਿ ਫਸਟ ਲੈਂਗੁਏਜ ਹੁੰਦੀ ਹੈ, ਫਸਟ ਲੈਂਗੁਏਜ ਤਾਂ ਪਤਾ ਵੀ ਨਹੀਂ ਹੁੰਦਾ ਵੀ ਆਪਾਂ ਕਰ ਕੀ ਰਹੇ ਹਾਂ ਔਰ ਆਪਾਂ ਨੂੰ ਲੈਂਗੁਏਜ ਆ ਜਾਂਦੀ ਹੈ। ਬਟ ਜਦੋਂ ਵੀ ਆਪਾਂ ਸਿੱਖਣ ਦੀ ਗੱਲ ਕਰਦੇ ਹਾਂ ਤਾਂ ਇਹ ਆਪਾਂ ਪੂਰਾ ਸੋਚ ਸਮਝ ਕੇ ਕਰਦੇ ਹਾਂ ਕਿ ਹਾਂਜੀ ਇਹ ਚੀਜ਼ ਇੱਦਾਂ ਆਪਣੇ ਲਈ ਇਹ ਮੇਰਾ ਮੋਟਿਵ ਹੈ, ਜਿਸ ਤਰੀਕੇ ਨਾਲ ਇਹ ਮੇਰੇ ਕੰਮ ਆਏਗੀ। ਸੋ ਇਹ ਸਾਰੀ ਸੋਚੀ ਸਮਝੀ ਪ੍ਰਕਿਰਿਆ ਹੁੰਦੀ ਹੈ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਸਿੱਖਣਾ ਸਮੱਸਿਆ ਹੱਲ ਕਰਨ ਦੀ ਯੋਗਤਾ ਹੈ। ਬਿਲਕੁਲ ਆਪਾਂ ਇੰਨੀ ਨੌਲੇਜ ਲੈਣੇ ਕਿਉਂ, ਤਾਂ ਕਿ ਅੱਗੇ ਜਾ ਕੇ ਕੋਈ ਵੀ ਅਗਰ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਸਨੂੰ ਫੇਸ ਕਰ ਸਕੀਏ, ਜਾਂ ਆਪਾਂ ਇਸ ਚੀਜ਼ ਦੇ ਏਬਲ ਹੋ ਜਾਂਦੇ ਹਾਂ ਵੀ ਕੱਲ੍ਹ ਨੂੰ ਅਗਰ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਸਨੂੰ ਫੇਸ ਕਰ ਸਕਦੇ ਹਾਂ। ਆਫਟਰ ਲਰਨਿੰਗ, ਆਫਟਰ ਆਪਾਂ ਕਹਿ ਸਕਦੇ ਹਾਂ ਡਿਵੈਲਪਮੈਂਟ, ਹੈ ਨਾ। ਸਿੱਖਣਾ ਕੀ ਹੁੰਦਾ, ਹੱਲ ਕਰਨ ਨੂੰ, ਮਤਲਬ ਇੰਨੀ ਆਪਣੇ ਅੰਦਰ ਸ਼ਮਤਾ ਆ ਜਾਂਦੀ ਕਿ ਆਪਾਂ ਘਬਰਾਉਣ ਦੀ ਬਜਾਏ ਪ੍ਰੋਬਲਮ ਨੂੰ ਸੋਲਵ ਕਰਨ ਦੇ ਬਾਰੇ ਸੋਚਦੇ ਹਾਂ। ਸਿੱਖਣਾ ਨਿਯਮਾਂ ਦਾ ਅਧਿਐਨ ਹੈ, ਬਿਲਕੁਲ ਰੂਲਸ ਰੈਗੂਲੇਸ਼ਨਸ ਦੇ ਨਾਲ ਹੀ ਆਪਾਂ ਸਿੱਖ ਸਕਦੇ ਹਾਂ। ਸਰਵਪੱਖੀ ਵਿਕਾਸ ਹੈ, ਬਿਲਕੁਲ ਇਹ ਆਪਣੇ ਹਰ ਤਰੀਕੇ ਨਾਲ ਵਿਕਾਸ ਕਰਦਾ ਹੈ, ਡਿਵੈਲਪਮੈਂਟ ਕਰਦਾ ਹੈ। ਹਰ ਤਰੀਕੇ ਨਾਲ ਆਪਣਾ ਵਿਕਾਸ ਹੁੰਦਾ ਹੈ। ਜਿਵੇਂ ਜਿਵੇਂ ਆਪਾਂ ਸਿੱਖਣਾ ਸ਼ੁਰੂ ਕਰਦੇ ਹਾਂ ਹਰ ਤਰੀਕੇ ਨਾਲ ਆਪਣਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸਰਵਪੱਖੀ ਵਿਕਾਸ ਹੁੰਦਾ ਹੈ, ਬੁੱਧੀ ਤੇਜ਼ ਹੁੰਦੀ ਹੈ, ਠੀਕ ਹੈ। ਅਗਰ ਤੁਸੀਂ ਗੇਮਸ ਦੇ ਵਿੱਚ ਕੁਝ ਸਿੱਖਦੇ ਹੋ ਤਾਂ ਸਰੀਰਕ ਵਿਕਾਸ ਵੀ ਹੁੰਦਾ ਹੈ। ਤਾਂ ਇਹ ਤੁਸੀਂ ਸਾਈਕੋਲੋਜੀ ਦੇ ਵਿੱਚ ਪੜ੍ਹਿਆ ਹੀ ਹੋਏਗਾ, ਠੀਕ ਹੈ। ਸਿੱਖਣ ਮਾਨਸਿਕ ਯੋਗਤਾ ਦੀ ਪ੍ਰਕਿਰਿਆ ਹੈ, ਬਿਲਕੁਲ ਦਿਮਾਗ ਦੀ ਪ੍ਰਕਿਰਿਆ ਹੈ ਸਿੱਖਣਾ। ਮਨੁੱਖ ਦੀ ਪ੍ਰਵਿਰਤੀ ਵਿੱਚ ਹੀ ਸਿੱਖਣਾ ਸ਼ਾਮਿਲ ਹੈ। ਮਨੁੱਖ ਦਾ ਨੇਚਰ ਹੀ ਕੁਛ ਇੱਦਾਂ ਦਾ ਕਿ ਉਹ ਬਿਨਾਂ ਸਿੱਖੇ ਰਹਿ ਨਹੀਂ ਸਕਦਾ। ਫੋਰ ਐਗਜ਼ਾਮਪਲ ਤੁਸੀਂ ਕਿਤੇ ਟ੍ਰੇਨ ਦੇ ਵਿੱਚ ਜਾ ਰਹੇ ਹੋ, ਟ੍ਰੇਨ ਦੇ ਵਿੱਚ ਤੁਹਾਡੇ ਕੋਲ ਕੋਈ ਹੋਰ ਸਟੇਟ ਦਾ ਪਰਸਨ ਬੈਠਾ ਹੈ ਤਾਂ ਉਹ ਆਪਣੀ ਲੈਂਗੁਏਜ ਵਰਤ ਰਿਹਾ ਹੈ, ਤਾਂ ਤੁਹਾਨੂੰ ਐਕਸਾਈਟਮੈਂਟ ਹੋਏਗੀ ਕਿ ਹਾਂਜੀ ਕਿਹੜੀ ਲੈਂਗੁਏਜ ਦੇ ਵਿੱਚ ਗੱਲ ਕਰ ਰਿਹਾ। ਮੰਨੋ ਨਾ ਮੰਨੋ ਆਪਾਂ ਨੂੰ ਥੋੜ੍ਹੀ ਬਹੁਤ ਐਕਸਾਈਟਮੈਂਟ ਹੁੰਦੀ ਹੈ ਕਿ ਹਾਂਜੀ ਕਿਹੜੀ ਲੈਂਗੁਏਜ ਹੈ, ਕਿੱਦਾਂ ਬੋਲੀ ਜਾ ਰਹੀ ਹੈ, ਇਹ ਉਹ। ਤਾਂ ਮਤਲਬ ਇਹ ਨੈਚੁਰਲ ਹੈ ਇਨਸਾਨ ਦੇ ਵਿੱਚ, ਹੋਰ ਕਿਸੇ ਜਾਨਵਰ ਦੇ ਵਿੱਚ ਨਹੀਂ ਹੁੰਦਾ ਕਿ ਆਪਾਂ ਨੂੰ ਸਿੱਖਣ ਦੇ ਵਿੱਚ ਇੰਟਰਸਟ ਵੀ ਔਰ ਆਪਾਂ ਸਿੱਖਦੇ ਵੀ ਹਾਂ ਟਾਈਮ ਟੂ ਟਾਈਮ। ਜਾਣੇ ਅਣਜਾਣੇ ਜਿਵੇਂ ਕਿ ਸੈਕਿੰਡ ਲੈਂਗੁਏਜ ਹੋ ਗਈ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ, ਟਿਲ ਦੈਟ ਆਪਾਂ ਬਹੁਤ ਕੁਝ ਸਿੱਖਦੇ ਰਹਿੰਦੇ ਹਾਂ, ਠੀਕ ਹੈ ਜੀ। ਤਾਂ ਇਹ ਹੈਗੀਆਂ ਨੇ ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਸਿੱਖਣਾ ਕਿਉਂ ਜ਼ਰੂਰੀ ਹੈ ਅਤੇ ਸਿੱਖਣ ਨਾਲ ਕੀ ਕੀ ਹੁੰਦਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ, ਸਿੱਖਣ ਦੀਆਂ ਵਿਸ਼ੇਸ਼ਤਾਵਾਂ। ਉਸ ਤੋਂ ਬਾਅਦ ਆ ਜਾਂਦਾ ਭਾਸ਼ਾ ਸਿਖਾਉਣ ਦੇ ਸੂਤਰ, ਜੋ ਕਿ ਆਪਣਾ ਟੌਪਿਕ ਹੈ। ਦੈਟ ਇਜ਼
ਭਾਸ਼ਾ ਅਧਿਆਪਨ, ਹੁਣ ਦੇਖੋ ਭਾਸ਼ਾ ਸਿਖਾਉਣਾ, ਠੀਕ ਹੈ, ਜਾਂ ਫਿਰ ਭਾਸ਼ਾ ਸਿਖਾਉਣਾ ਜਾਂ ਫਿਰ ਭਾਸ਼ਾ ਅਧਿਆਪਨ, ਮੈਂ ਕਰ ਰਹੀ ਹਾਂ ਦੈਟ ਇਜ਼ ਅਧਿਆਪਨ, ਠੀਕ ਹੈ, ਮੈਂ ਤੁਹਾਨੂੰ ਸਿਖਾ ਰਹੀ ਹਾਂ, ਤਾਂ ਦੋਨਾਂ ਦੇ ਵਿੱਚ ਸੇਮ ਹੀ ਮੀਨਿੰਗ ਹੈ, ਕੋਈ ਡਿਫਰੈਂਟ ਨਹੀਂ ਹੈ। ਤਾਂ ਹੁਣ ਸਭ ਤੋਂ ਪਹਿਲਾਂ ਦੇਖੋ ਕਿਵੇਂ ਕਿਵੇਂ ਆਪਾਂ ਬੱਚਿਆਂ ਨੂੰ ਲੈਂਗੁਏਜ ਸਿਖਾ ਸਕਦੇ ਹਾਂ, ਕਿਹੜੇ ਕਿਹੜੇ ਮੈਥਡ ਆਪਾਂ ਨੂੰ ਵਰਤਣੇ ਚਾਹੀਦੇ ਨੇ, ਔਰ ਇਹਨਾਂ ਦੇ ਵਿੱਚੋਂ ਕੁਐਸਚਨ ਬਣਦੇ ਨੇ ਜੀ। ਮੈਂ ਦੁਬਾਰਾ ਦੱਸ ਦਿੰਦੀ ਹਾਂ, ਇਹ ਇੰਪੋਰਟੈਂਟ ਟੌਪਿਕ ਨੇ, ਠੀਕ ਹੈ, ਕਿਉਂਕਿ ਆਪਾਂ ਨੂੰ ਮੈਥਡ ਪੁੱਛ ਲੈਂਦੇ ਨੇ ਕਿ ਦੱਸੋ ਜੀ ਕਿਹੜਾ ਮੈਥਡ ਯੂਜ਼ ਕਰਨਾ ਚਾਹੀਦਾ, ਤਾਂ ਉਹ ਸਾਰੇ ਇਹਦੇ ਵਿੱਚ ਕਵਰ ਹੋਣਗੇ। ਨੀਅਰ ਅਬਾਊਟ 7 ਤੋਂ 8 ਜਿਹੜੇ ਮੈਥਡ ਨੇ ਆਪਾਂ ਇੱਥੇ ਪੜਾਂਗੇ ਵੀ ਕਿਵੇਂ ਬੱਚਿਆਂ ਦੇ ਵਿੱਚ ਭਾਸ਼ਾ ਸਿਖਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਗਿਆਤ ਤੋਂ ਅਗਿਆਤ ਵੱਲ। ਵਟ ਇਜ਼ ਗਿਆਤ ਐਂਡ ਵਟ ਇਜ਼ ਅਗਿਆਤ। ਗਿਆਤ ਦਾ ਮਤਲਬ ਹੁੰਦਾ ਹੈ ਗਿਆਨ, ਜਿਸ ਚੀਜ਼ ਦੀ ਆਲਰੇਡੀ ਆਪਾਂ ਨੂੰ ਨੌਲੇਜ ਹੈ। ਅਗਿਆਤ ਦਾ ਮਤਲਬ ਹੁੰਦਾ ਜਿਸ ਵੀ ਚੀਜ਼ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੈ। ਤਾਂ ਆਪਾਂ ਬੱਚਿਆਂ ਨੂੰ ਇਸ ਤਰੀਕੇ ਨਾਲ ਸਿਖਾਉਂਦੇ ਹਾਂ ਕਿ ਜੋ ਆਲਰੇਡੀ ਉਹਨਾਂ ਨੂੰ ਪਤਾ ਹੈ ਉਹਦੇ ਬੇਸਿਸ ਦੇ ਉੱਪਰ ਕੁਝ ਨਵੀਂ ਇਨਫੋਰਮੇਸ਼ਨ ਦੇਣਾ ਜਿਹਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ, ਠੀਕ ਹੈ। ਪੁਰਾਣੇ ਗਿਆਨ ਦੇ ਆਧਾਰ ਤੇ ਨਵਾਂ ਗਿਆਨ ਦੇਣਾ, ਦੈਟ ਇਜ਼ ਗਿਆਤ ਤੋਂ ਅਗਿਆਤ ਵੱਲ, ਠੀਕ ਹੈ। ਹੁਣ ਜਿਵੇਂ ਕਿ ਫੋਰ ਐਗਜ਼ਾਮਪਲ ਕੋਈ ਵੀ ਤੁਸੀਂ ਲੈ ਸਕਦੇ ਹੋ, ਮੈਥ ਦੀ ਐਗਜ਼ਾਮਪਲ ਲੈ ਲਓ। ਫੋਰ ਐਗਜ਼ਾਮਪਲ ਬੱਚਿਆਂ ਨੂੰ ਪਤਾ ਹੈ ਕਿ ਹਾਂਜੀ ਇਸਨੂੰ ਆਪਾਂ ਟ੍ਰਾਇੰਗਲ ਕਹਿੰਦੇ ਹਾਂ, ਥ੍ਰੀ-ਭੁਜ ਕਹਿੰਦੇ ਹਾਂ, ਪਰ ਅਗਰ ਆਪਾਂ ਇਸ ਨੂੰ ਇਸ ਤਰੀਕੇ ਨਾਲ ਡਰੋ ਕਰਾਂਗੇ ਜਿਸ ਦੇ ਵਿੱਚ ਇੱਕ ਬਿਲਕੁਲ ਸਿੱਧਾ ਹੋਏਗਾ ਐਂਗਲ, ਉਸਨੂੰ ਆਪਾਂ 90 ਰਾਈਟ ਐਂਗਲ ਟ੍ਰਾਇੰਗਲ ਬੋਲਦੇ ਆ, ਹੈ ਨਾ, 90 ਡਿਗਰੀ ਦਾ ਐਂਗਲ ਹੁੰਦਾ ਤਾਂ ਰਾਈਟ ਐਂਗਲ ਟ੍ਰਾਇੰਗਲ ਬੋਲਦੇ ਆ। ਤਾਂ ਇਸ ਚੀਜ਼ ਬਾਰੇ ਬੱਚੇ ਨੂੰ ਆਲਰੇਡੀ ਨੌਲੇਜ ਸੀ, ਇਸ ਦੇ ਬੇਸਿਸ ਦੇ ਉੱਪਰ ਥੋੜੀ ਜਿਹੀ ਇਨਫੋਰਮੇਸ਼ਨ ਨੂੰ ਹੋਰ ਐਡ ਕਰਕੇ ਆਪਾਂ ਨੇ ਬੱਚੇ ਨੂੰ ਇੱਕ ਨਵੀਂ ਨੌਲੇਜ ਦਿੱਤੀ ਜਿਹਦੇ ਬਾਰੇ ਉਹਨੂੰ ਪਤਾ ਨਹੀਂ ਸੀ। ਸਮਝ ਰਹੇ ਹੋ? ਤਾਂ ਗਿਆਤ ਤੋਂ ਅਗਿਆਤ ਵੱਲ ਜਾਣ ਦਾ ਮਤਲਬ ਕੀ ਹੁੰਦਾ ਹੈ, ਜੋ ਬੱਚੇ ਨੂੰ ਆਲਰੇਡੀ ਪਤਾ ਹੈ ਉਸ ਦੇ ਬੇਸਿਸ ਦੇ ਉੱਪਰ ਬੱਚੇ ਨੂੰ ਨਵੀਂ ਨੌਲੇਜ ਦੇਣਾ। ਕਲੀਅਰ? ਸੈਕਿੰਡ, ਅਗਰ ਆਪਣੇ ਕੋਲ ਇਹ ਮੈਥਡ ਆਪਾਂ ਨੂੰ ਅਪਣਾਉਣਾ ਚਾਹੀਦਾ ਹੈ ਭਾਸ਼ਾ ਸਿਖਾਉਣ ਦੇ ਸਮੇਂ, ਠੀਕ ਹੈ, ਸਰਲ ਤੋਂ ਕਠਿਨ ਵੱਲ। ਤਾਂ ਹਮੇਸ਼ਾ ਸਰਲ ਤੋਂ ਕਠਿਨ ਵੱਲ ਜਾਣਾ ਚਾਹੀਦਾ ਹੈ। ਕਿਵੇਂ? ਪਹਿਲਾ ਸੌਖਾ ਫਿਰ ਔਖਾ। ਹਾਊ? ਮਤਲਬ ਫੋਰ ਐਗਜ਼ਾਮਪਲ ਆਪਾਂ ਬੱਚੇ ਨੂੰ ਸਭ ਤੋਂ ਪਹਿਲਾਂ ਕਿਹਾ ਕਿ ਬੱਚੇ ਨੂੰ ਆਪਾਂ ਨੇ ਊੜਾ ਐੜਾ ਲਿਖਣਾ ਸਿਖਾਉਣਾ ਹੈ, ਠੀਕ ਹੈ। ਤਾਂ ਆਪਾਂ ਬੱਚੇ ਨੂੰ ਸਭ ਤੋਂ ਪਹਿਲਾਂ ਰਾਰਾ ਲਿਖਣਾ ਸਿਖਾਤਾ, ਸੌਰੀ ਰਾਰਾ ਵੀ ਨਹੀਂ, ਆਪਾਂ ਬੱਚੇ ਨੂੰ ਸਭ ਤੋਂ ਪਹਿਲਾਂ ਹਾਹਾ ਲਿਖਣਾ ਸਿਖਾਤਾ। ਹੁਣ ਹਾਹਾ ਉਹਨੂੰ ਈਜ਼ੀ ਲੱਗਦਾ ਸੀ ਤਾਂ ਬੱਚੇ ਨੇ ਹਾਹਾ ਲਿਖਣਾ ਸਿੱਖ ਲਿਆ। ਉਸ ਤੋਂ ਬਾਅਦ ਆਪਾਂ ਕਿਹਾ ਕਿ ਹੁਣ ਤੈਨੂੰ ਹਾਹਾ ਲਿਖਣਾ ਆ ਗਿਆ, ਤਾਂ ਹੁਣ ਤੁਸੀਂ ਕੀ ਕਰੋ, ਹੁਣ ਇਸ ਨੂੰ ਥੋੜਾ ਜਿਹਾ ਹੋਰ ਨਾਲ ਮਿਲਾ ਦਿਓ ਤਾਂ ਇਹ ਕੀ ਬਣ ਜਾਏਗਾ, ਇੱਕ ਨਵਾਂ ਅੱਖਰ ਬਣ ਜਾਏਗਾ ਜਿਸ ਨੂੰ ਆਪਾਂ ਬੋਲਦੇ ਹਾਂ ਰਾਰਾ, ਠੀਕ ਹੈ। ਤਾਂ ਬੱਚਾ ਇਹ ਵੀ ਸਮਝ ਗਿਆ ਕਿਉਂਕਿ ਉਹਨੂੰ ਹਾਹਾ ਲਿਖਣਾ ਆਉਂਦਾ ਸੀ, ਕੁਛ ਨਹੀਂ ਸੀ, ਥੋੜਾ ਜਿਹਾ ਹੋਰ ਪੈਨਸਿਲ ਚਲਾਉਣੀ ਸੀ ਤਾਂ ਉਹ ਰਾਰਾ ਲਿਖਣਾ ਵੀ ਸਿੱਖ ਗਿਆ। ਫਿਰ ਉਸਨੂੰ ਕਿਹਾ ਚਲੋ ਹੁਣ ਤੁਹਾਨੂੰ ਰਾਰਾ ਲਿਖਣਾ ਵੀ ਆ ਗਿਆ ਤਾਂ ਇਸਨੂੰ ਥੋੜਾ ਜਿਹਾ ਹੋਰ ਇਸਨੂੰ ਲਿਖਦੇ ਹਾਂ ਤਾਂ ਇਹ ਆਪਣੇ ਕੋਲ ਕੀ ਬਣ ਜਾਏਗਾ, ਸੱਸਾ ਬਣ ਜਾਏਗਾ, ਠੀਕ ਹੈ। ਔਰ ਇਸ ਤੋਂ ਬਾਅਦ ਇਸ ਦੀ ਉੱਪਰ ਵਾਲੀ ਲਾਈਨ ਹਟਾ ਦੋਗੇ ਤਾਂ ਇਹ ਆਪਣੇ ਕੋਲ ਮਮਾ ਬਣ ਜਾਏਗਾ। ਮਤਲਬ ਆਪਾਂ ਬਿਲਕੁਲ ਈਜ਼ੀ ਤੋਂ ਸ਼ੁਰੂ ਕੀਤਾ ਤੇ ਹੌਲੀ 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 ਜਦੋਂ ਉਸਨੂੰ ਈਜ਼ੀ ਚੰਗੀ ਤਰ੍ਹਾਂ ਸਮਝ ਆ ਗਿਆ ਫਿਰ ਥੋੜਾ ਜਿਹਾ ਇੱਕ ਲੈਵਲ ਹੋਰ ਉੱਪਰ ਗਏ, ਥੋੜਾ ਜਿਹਾ ਇੱਕ ਲੈਵਲ ਹੋਰ ਉੱਪਰ ਗਏ। ਮਤਲਬ ਆਪਾਂ ਈਜ਼ੀ ਟੂ ਡਿਫਿਕਲਟ, ਸਰਲ ਤੋਂ ਕਠਿਨ ਵੱਲ ਬੱਚੇ ਨੂੰ ਸਿਖਾ ਰਹੇ ਹਾਂ ਔਰ ਇਸ ਤਰੀਕੇ ਨਾਲ ਭਾਸ਼ਾ ਸਿਖਾਈ ਜਾਂਦੀ ਹੈ ਔਰ ਇਹ ਮੈਥਡ ਯੂਜ਼ ਵੀ ਕੀਤਾ ਜਾਂਦਾ ਔਰ ਇਹ ਕਰਨਾ ਵੀ ਚਾਹੀਦਾ, ਕਾਫੀ ਇਫੈਕਟਿਵ ਹੁੰਦਾ। ਬੱਚਾ ਡਾਇਰੈਕਟ ਔਖੀਆਂ ਚੀਜ਼ਾਂ ਸਿੱਖਣ ਦੀ ਬਜਾਏ ਸੌਖੇ ਤੋਂ ਔਖੇ ਜਾਂਦਾ ਤਾਂ ਉਹਨੂੰ ਜ਼ਿਆਦਾ ਡਿਫਿਕਲਟੀ ਮਹਿਸੂਸ ਨਹੀਂ ਹੁੰਦੀ, ਠੀਕ ਹੈ। ਤਾਂ ਇਹ ਮੈਥਡ ਬਹੁਤ ਜ਼ਰੂਰੀ ਹੈ, ਸਰਲ ਤੋਂ ਕਠਿਨ ਵੱਲ। ਪਹਿਲਾਂ ਸੌਖੇ ਅੱਖਰ ਦੱਸਣਾ, ਫਿਰ ਔਖੇ ਦਾ ਗਿਆਨ ਕਰਵਾਇਆ ਜਾਣਾ, ਠੀਕ ਹੈ। ਅਗਰ ਆਪਾਂ ਹਾਇਰ ਕਲਾਸਿਸ ਦੀ ਵੀ ਗੱਲ ਕਰੀਏ ਤਾਂ ਵੀ ਬਿਲਕੁਲ ਇਹੀ ਹੁੰਦਾ। ਅਗਰ ਆਪਾਂ ਦੇਖੀਏ 10th ਤੱਕ ਆਪਾਂ ਨੂੰ ਬਿਲਕੁਲ ਬੇਸਿਕ ਦੱਸਿਆ ਜਾਂਦਾ, ਫਿਰ ਹੌਲੀ ਹੌਲੀ ਇੱਕ ਲੈਵਲ ਨੈਕਸਟ ਹੁੰਦਾ ਜਾਂਦਾ, ਫਿਰ ਇਕੱਲੀ ਸਪੈਸੀਫਿਕ ਬੁੱਕ ਆ ਜਾਂਦੀ ਹੈ ਤਾਂ ਉਹ ਵੀ ਆਪਾਂ ਨੂੰ ਐਵੇਂ ਹੀ ਸਿਖਾਉਂਦੇ ਨੇ ਸਰਲ ਤੋਂ ਕਠਿਨ ਵੱਲ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਥਰਡ ਆਪਣੇ ਕੋਲ ਆ ਜਾਂਦਾ ਹੈ ਜੀ ਵਿਸ਼ੇਸ਼ ਤੋਂ ਸਧਾਰਨ ਵੱਲ, ਸਪੈਸੀਫਿਕ ਤੋਂ ਸਿੰਪਲ ਆਪਾਂ ਕਹਿ ਸਕਦੇ ਹਾਂ। ਹੁਣ ਸਭ ਤੋਂ ਪਹਿਲਾਂ ਆਪਾਂ ਜਦੋਂ ਕਲਾਸ ਦੇ ਵਿੱਚ ਜਾਂਦੇ ਹਾਂ ਤਾਂ ਕੋਈ ਇੱਕ ਸਪੈਸੀਫਿਕ ਇਮੇਜ ਜਾਂ ਕੋਈ ਇੱਕ ਸਪੈਸੀਫਿਕ ਆਬਜੈਕਟ, ਕੋਈ ਚੀਜ਼ ਉਹਨਾਂ ਸਾਹਮਣੇ ਲੈ ਕੇ ਜਾਈਏ ਤਾਂ ਆਪਾਂ ਸਪੈਸ਼ਲ ਇੱਕ ਚੀਜ਼, ਇੱਕ ਪਦਾਰਥ ਉਹਨਾਂ ਸਾਹਮਣੇ ਲੈ ਕੇ ਜਾ ਰਹੇ ਹਾਂ, ਠੀਕ ਹੈ। ਫਿਰ ਜਦੋਂ ਉਹਨਾਂ ਸਾਹਮਣੇ ਉਹ ਪਦਾਰਥ ਰੱਖ ਦਿੱਤਾ ਉਹ ਸਪੈਸ਼ਲ ਹੈ ਕਿਉਂਕਿ ਉਹ ਸਪੈਸ਼ਲ ਇਸ ਚੀਜ਼ ਲਈ ਲਿਆਂਦਾ ਗਿਆ ਤਾਂ ਕਿ ਤੁਹਾਨੂੰ ਸਭ ਨੂੰ ਸਿਖਾਇਆ ਜਾਵੇ। ਔਰ ਫਿਰ ਉਸ ਤੋਂ ਇਕੱਲੀ ਚੀਜ਼ ਨੂੰ ਸਮਝਾਉਣਾ ਕਿ ਹਾਂਜੀ ਇਹਦਾ ਇਹ ਯੂਜ਼ ਹੈ, ਇਹਦੇ ਇਸ ਪਾਰਟ ਦਾ ਇਹ ਯੂਜ਼ ਹੈ, ਤਾਂ ਨੋਰਮਲਾਈਜੇਸ਼ਨ ਕਰਨਾ ਕਿ ਹਾਂਜੀ ਇਸ ਦੇ ਸਧਾਰਨ ਰੂਪ ਵਾਲੇ ਸਧਾਰਨ ਜਿਹੜੇ ਨਤੀਜੇ ਨੇ ਉਹਨਾਂ ਨੂੰ ਸਮਝਾਉਣਾ। ਤਾਂ ਵਿਸ਼ੇਸ਼ ਤੋਂ ਸਧਾਰਨ ਵੱਲ ਇਹ ਸਾਰਾ ਕੁਛ ਇਹਦੇ ਵਿੱਚ ਹੁੰਦਾ। ਫੋਰ ਐਗਜ਼ਾਮਪਲ ਇਹਦੇ ਵਿੱਚ ਇੱਕ ਐਗਜ਼ਾਮਪਲ ਵੀ ਦੇ ਦੇਣੀ ਆ, ਜਿਵੇਂ ਕਿ ਤੁਸੀਂ ਪਹਿਲਾਂ ਬੱਚੇ ਨੂੰ ਪੁੱਛਿਆ ਕਿ ਹਾਂਜੀ ਤੁਸੀਂ ਆਪਣੇ ਫਰੈਂਡਸ ਦੇ ਨਾਮ ਦੱਸੋ, ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ ਉਸ ਦਾ ਨਾਮ ਦੱਸੋ, ਤੁਸੀਂ ਕਿਹੜੇ ਚੀਜ਼ਾਂ ਤੁਹਾਨੂੰ ਖਾਣ ਦੇ ਵਿੱਚ ਕਿਹੜੀਆਂ ਚੀਜ਼ਾਂ ਪਸੰਦ ਨੇ, ਇੱਦਾਂ ਕਰਕੇ ਸਾਰੀਆਂ ਚੀਜ਼ਾਂ ਨੂੰ ਬੋਰਡ ਦੇ ਉੱਪਰ ਲਿਖ ਲਿਆ ਤਾਂ ਉਹ ਸਾਰੀਆਂ ਇੱਕ ਤਰੀਕੇ ਨਾਲ ਸਪੈਸੀਫਿਕ ਚੀਜ਼ਾਂ ਹੋਣਗੀਆਂ। ਬਟ ਬਾਅਦ ਵਿੱਚ ਤੁਸੀਂ ਉਸਨੂੰ ਨੋਰਮਲਾਈਜ਼ ਕਰਕੇ ਦੱਸਿਆ ਕਿ ਇਹ ਸਾਰੇ ਕੀ ਹੈ, ਨਾਮ ਨੇ, ਤਾਂ ਬਿਲਕੁਲ ਇਹ ਸਾਰੀਆਂ ਚੀਜ਼ਾਂ ਦੇ ਨਾਮ ਨੇ, ਤਾਂ ਉਹ ਤੋਂ ਕੀ ਡੈਫੀਨੇਸ਼ਨ ਨਿਕਲ ਕੇ ਆਉਂਦੀ ਹੈ, ਨਾਮ ਦੀ। ਤਾਂ ਵਿਸ਼ੇਸ਼ ਤੋਂ ਸਧਾਰਨ ਦਾ ਮਤਲਬ ਕੀ ਹੋ ਗਿਆ, ਵਿਸ਼ੇਸ਼ ਰੂਪ ਦੇ ਵਿੱਚ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰਨਾ, ਫਿਰ ਉਸਦੇ ਸਧਾਰਨ ਨਤੀਜਿਆਂ ਨੂੰ ਦੱਸਣਾ, ਦੈਟ ਇਜ਼ ਵਿਸ਼ੇਸ਼ ਤੋਂ ਸਧਾਰਨ, ਜੋ ਕਿ ਕਾਫੀ ਇਫੈਕਟਿਵ ਮੈਥਡ ਹੁੰਦਾ।
ठीक है जी। फोर्थ अगर आप गल करिए मूर्त तो अमूर्त वाल, दैट इज़ ऑल्सो वेरी इंपॉर्टेंट। जिवें कि तो थोड़ा मैं प्रीवियस क्लास के भी दसिया सीगा कि मूर्त की होंगे, बच्चे को पहला किवें सिखाया जाता है, पिक्चर्स नाल सिखाया जाता है। तुसीं छोटे बच्चे की बुक उठाओ और बड़े बच्चे की बुक उठाओ, तुसीं छोटे बच्चे की बुक के देखोगे 5th क्लास तक स्पैसीफिकली कि बहुत सारी इमेजिज बनिया हुई ने, हर एक चीज़ नाल इमेज है, ऊड़ा उठ है ना, उठ बनाया होया, अख बनाई हुई है। और 2nd क्लास के जाओगे तो पोइम के नाल बहुत सारी इमेजिज बनिया हुई ने, तो बच्चा देख के सीखता है ना। तो उत्थे की हो जाता मूर्त, बच्चे को देख के सिखाया जाता है, ਉਹਦੀ एक इमेज के नाल याद रखता है कि हाँ जी ऊड़े ते आ इमेज बनी हुई सी, मतलब उठ की इमेज बनी हुई सी, तो वह देख के सीखता है, पिक्चर्स नाल सीखता है, मूर्त तरीके नाल सीखता है। जिवें जिवें वो वड्डा हुंदा जांदा है उवें उवें तुसीं देखोगे कि बच्चे दे विच इन्नी क मैच्योरिटी आ जाती है कि उसनूं पिक्चर्स की जरूरत नहीं पैंदी। 9th 10th क्लास के तुसीं देखोगे कि बच्चा अपने माइंड के विच इमेजिनेशन शुरू कर दिंदा है। अगर कोई लाइन उसके सामने लिखी हुई हुंदी है तो अपने माइंड के विच इमेजिन करके और ईजीली पिक्चर अपने माइंड के विच बनाना शुरू कर दिंदा। आपां भी इदां ही करदे आ, नो डाउट, है ना। तो मतलब की हो गया मूर्त तो अमूर्त वाल जाण दा मतलब की हो गया, पहला पिक्चर्स नाल स्टडी करवाना, फिर उस तो बाद इसके गुण या औगुण बारे, इत्थे औगुण आएगा जी, इनू सही कर लियो। हाँ जी, इतने औगुण आएगा, इसनूं सही कर लियो, ठीक है, क्लीयर है। तो मूर्त तो अमूर्त वाल इस तरीके नाल आपां जाणने आ। नैक्सट आ गया पूरन तो अंश वाल। पूरन तो अंश वाल का मतलब की हुंदा है, पहला बच्चे नूं पूरा तो पूरा एक वाक लिखवाता, लैंगुएज की अगर आपां गल करिए, है ना, पूरा एक वाक लिखवाता। हाँ जी, नैक्सट अपना हैगा सी पूरन तो अंश वाल। पहला पूरे तरीके नाल उसनूं समझाना, फिर उसके एक एक पार्ट नूं समझाना, एक एक हिस्से नूं समझाना। फॉर एग्जाम्पल पहला एक प्रॉपर वाक लिख दिता जाता है, फिर उसके वाक दे विच करता केड़ा है, कर्म केड़ा है, ठीक है जी, पूरक केड़ा है, ते क्रिया केड़ी हो रही है, उस चीज़ नूं एक्सप्लेन करना, ठीक है। मतलब पहला पूरा वाक लिख लेना, वाक नूं समझाना कि हाँ जी इसका मतलब यह है। फिर जिवें जिवें बच्चा ग्रो करता है, क्योंकि स्टार्टिंग दे विच कदे भी बच्चे नूं 2nd 3rd क्लास के बच्चे नूं ये नहीं समझाया जाता कि यह करता है, ये क्रिया है, बिल्कुल नहीं। उसनूं पहला लिखना सिखाया जाता है, ऊड़ा ऐड़ा शब्द सिखाए जाते हैं, थोड़े थोड़े शब्द सिखाए जाते हैं, मतलब जिवें मन, है ना, इदा 2-2 3-3 अखरां के शब्द सिखाए जाते हैं। फिर हौली हौली वो वाक लिखना शुरू करता है, जिवें जिवें वो ग्रो करता जाता है, तो उस तो बाद उसनूं वाकां दे टोटे बारे समझाना शुरू किया जाता है कि हाँ जी इस वाक दे विच इसनूं आपां नाम बोलते हैं, इसनूं पड़नाम बोलते हैं, इसनूं करता बोलते हैं, तो इसनूं किरिया बोलते हैं, कोई क्रिया विशेषण होंदा है ना, तो उस चीज़ नाल टोटली समझाया जाता है इन हायर क्लासेस। तो मतलब आप इत्थे केड़ा मैथड यूज़ करते हैं, पूरन तो अंश वाल, पहला पूरा सिखाना, फिर उस तो एक एक टोटे वाल जाना। जिमें कि फॉर एग्जाम्पल आप पहला की करते होंगे सी, एक SST सबजैक्ट होंदा है ना, समाजिक सिक्ख्या, जिस दे विच आपां सारा इकट्ठा पढ़ते होंगे सी। पहला EVS के तौर पर साइंस ते SST नूं इकट्ठा पढ़ाया जाता है 5th क्लास तक, फिर उस तो बाद साइंस ते SST नूं अड्ड कर दिता जाता है। साइंस दे विच आपां फिजिक्स, कैमिस्ट्री, सारा कुछ इकट्ठे पढ़ते हैं, बायोलॉजी, है ना। और SST दे विच आपां नागरिक शास्त्र, अर्थशास्त्र, पॉलिटिकल, सारा कुछ हिस्टरी इकट्ठे पढ़ते हैं। फिर जिवें जिवें आपां ग्रैजुएशन दे विच जाने आ, हर एक चीज़ की अलग अलग बुक बन जाती है, और उस तो बाद आपां हायर क्लासिस दे विच उन्हां नूं होर भी अलग अलग तरीके नाल तोड़ के पढ़िया जाता है। जिवें कि अर्थशास्त्र दे ही 2 हिस्से हो जाते हैं, माइक्रो एंड मैक्रो, है ना। तो वो जस्ट एन एग्जाम्पल। तो मतलब आपां पहला पूरे तरीके नाल लैके चल रहे हैं, फिर उसनूं डीपली स्टडी करते हुए उसके कल्ले कल्ले अंश नूं स्टडी कर रहे हैं। तो वो किहड़ा मैथड हो जाता जी, पूरन तो अंश वाल। तो इसनूं मैं जनरली भी समझा दिता और लैंगुएज के बेसिस के उपर भी समझा दिता, ठीक है। 6 अगर आप गल करिए आगमन तो निगमन वाल। आगमन तो निगमन वाल दे विच की है, आगमन तो निगमन वाल दे विच की है, पहला उदाहरणां दित्तियां जांदियां ने, फिर उन्हां उदाहरणां तो नियम ते परिभाषा दे दित्ती जांदी है। जिवें कि मैं तुहानूं थोड़ी देर पहले एक एग्जाम्पल दस्सी सी कि उसनूं थोड़ा हुण डिटेल दे विच दस दिंदे आ। फॉर एग्जाम्पल तुसीं पंजाबी पढ़ा रहे हो किसी क्लास दे विच, तुसीं एक बच्चे नूं खड़ा किया, उस बच्चे नूं खड़ा करके पूछा कि पहले मैनूं ये दसो कि तुहाडे फ्रेंड्स के नाम की ने। तुसीं बोर्ड के उपर उसके सारे जिहड़े जिहड़े नाम बोल रहे अपने फ्रेंड्स से, वो सारे तुसीं नाम लिख दिते। फिर तुसीं किसी होर बच्चे नूं खड़ा किया कि उसनूं खाण दे विच किहड़ियां किहड़ियां चीज़ां पसंद हन, फिर उहने जिहड़े जिहड़े नाम बोले वो सारे लिख दिते। फिर तुसीं तीसरे बच्चे नूं खड़ा किया कि अपने स्कूल का नाम बोले, जां वो पहला कित्थे पढ़िया, जां हुण कित्थे पढ़दा, वो सारे उसने दसे, ठीक है। फिर चौथा तुसीं किहड़े शहर दे विच रहंदे हो, एवें कर करके तुसीं बहुत सारा डाटा कलैक्ट कर लिया, और सारा जिहड़े भी बच्चे नाम बोलते रहे उसनूं तुसीं अपने ब्लैक बोर्ड के उपर लिखते जा रहे सी। जदों तुसीं इन्नियां सारियां एग्जाम्पल्स इकट्ठियां कर लियां, तो बच्चे सोच रहे होणगे कि इन्हां दा हुण की करनगे। तो उस तो बाद एक रूल दस दिता उन्होंने, एक नियम दस दिता कि किसी भी चीज़ के नाम नूं आपां की बोलते हैं, नाम बोलते हैं, ठीक है।
ਉਸਨੂੰ ਕੀ ਕਹਿੰਦੇ ਨੇ, ਨਾਂਵ ਕਹਿੰਦੇ ਨੇ। ਤਾਂ ਆਪਾਂ ਨੇ ਬਹੁਤ ਸਾਰੀਆਂ ਪਹਿਲਾਂ ਐਗਜ਼ਾਮਪਲਸ ਲਈਆਂ, ਉਹਨਾਂ ਐਗਜ਼ਾਮਪਲਸ ਤੋਂ ਆਪਾਂ ਨੇ ਬੱਚਿਆਂ ਨੂੰ ਰੂਲ ਦੱਸਿਆ, ਉਹਦੀ ਪਰਿਭਾਸ਼ਾ ਦੱਸੀ। ਤਾਂ ਇਹ ਜਿਹੜਾ ਨਿਯਮ ਹੁੰਦਾ ਇਸ ਨੂੰ ਆਗਮਨ ਤੋਂ ਨਿਗਮਨ ਵੱਲ ਕਹਿੰਦੇ ਨੇ। ਪਹਿਲਾਂ ਉਦਾਹਰਨ ਲੈਣੀ, ਫਿਰ ਉਸ ਤੋਂ ਬਾਅਦ ਪਰਿਭਾਸ਼ਾ ਨੂੰ ਸਪਸ਼ਟ ਕਰਨਾ। ਪਰ ਜੇਕਰ ਨਿਗਮਨ ਤੋਂ ਆਗਮਨ ਹੋਵੇ ਫਿਰ ਆਪਾਂ ਪਹਿਲਾਂ ਪਰਿਭਾਸ਼ਾ ਐਕਸਪਲੇਨ ਕਰਦੇ ਹਾਂ, ਫਿਰ ਉਸ ਤੋਂ ਬਾਅਦ ਐਗਜ਼ਾਮਪਲ ਦੱਸਦੇ ਹਾਂ, ਠੀਕ ਹੈ। ਤੇ ਇਸ ਚੀਜ਼ ਨੂੰ ਯਾਦ ਰੱਖਿਓ। ਉਸ ਤੋਂ ਬਾਅਦ ਆ ਜਾਂਦਾ ਜੀ ਆਪਣੇ ਕੋਲ ਨੈਕਸਟ ਵਿਸ਼ਲੇਸ਼ਣ ਤੋਂ ਸੰਸਲੇਸ਼ਣ ਵੱਲ, ਠੀਕ ਹੈ ਜੀ। ਵਿਸ਼ਲੇਸ਼ਣ ਤੋਂ ਸੰਸਲੇਸ਼ਣ ਵੱਲ, ਵਿਸ਼ਲੇਸ਼ਣ ਦਾ ਮਤਲਬ ਕੀ ਹੁੰਦਾ ਹੈ, ਕਿਸੇ ਵੀ ਹਿੱਸੇ ਕਿਸੇ ਵੀ ਚੀਜ਼ ਨੂੰ ਉਸਦੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਡਿਵਾਈਡ ਕਰਨਾ, ਠੀਕ ਹੈ। ਸੰਸਲੇਸ਼ਣ ਦਾ ਮਤਲਬ ਹੁੰਦਾ ਪੂਰਾ ਇਕਾਈ। ਹੁਣ ਆਪਾਂ ਹਰ ਇੱਕ ਮੈਥਡ ਦੇ ਵਿੱਚ ਪੂਰਨ ਤੋਂ ਅੰਸ਼ ਨਹੀਂ ਲਗਾ ਸਕਦੇ। ਆਪਾਂ ਪਹਿਲਾਂ ਪੂਰਨ ਤੋਂ ਅੰਸ਼ ਪੜ੍ਹਿਆ ਸੀ, ਹਰ ਇੱਕ ਜਗ੍ਹਾ ਤੇ ਆਪਾਂ ਪੂਰਨ ਤੋਂ ਅੰਸ਼ ਨਹੀਂ ਲਗਾ ਸਕਦੇ। ਆਪਾਂ ਨੇ ਪਹਿਲਾਂ ਕਿਹਾ ਸੀ ਵੀ ਪਹਿਲਾਂ ਵਾਕ ਦੱਸਿਆ ਜਾਂਦਾ, ਫਿਰ ਉਹਦੇ ਇੱਥੇ ਆਪਾਂ ਪੂਰਨ ਤੋਂ ਅੰਸ਼ ਹੀ ਲਗਾਵਾਂਗੇ ਕਿਉਂਕਿ ਛੋਟੇ ਬੱਚੇ ਨੂੰ ਗ੍ਰਾਮਰ ਨਹੀਂ ਸਮਝ ਆਉਂਦੀ। ਬਟ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਆਪਾਂ ਨੇ ਪਹਿਲਾਂ ਬੱਚੇ ਨੂੰ ਊੜਾ ਐੜਾ ਸਿਖਾਇਆ, ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਨੇ 2-2 3-3 ਅੱਖਰਾਂ ਵਾਲੇ ਸ਼ਬਦ ਸਿਖਾਏ, ਫਿਰ ਉਸ ਤੋਂ ਬਾਅਦ ਇੱਕ ਪੂਰਾ ਦਾ ਪੂਰਾ ਉਸਨੂੰ ਵਾਕ ਲਿਖਣਾ ਸਿਖਾਇਆ। ਤੇ ਇੱਥੇ ਆਪਾਂ ਕੀ ਚੱਲ ਰਿਹਾ, ਇੱਥੇ ਆਪਾਂ ਵਿਸ਼ਲੇਸ਼ਣ ਤੋਂ ਸੰਸਲੇਸ਼ਣ ਵੱਲ ਚੱਲ ਰਿਹਾ। ਮਤਲਬ ਪਹਿਲਾਂ ਛੋਟੇ ਛੋਟੇ ਹਿੱਸੇ ਦੀ ਜਾਣਕਾਰੀ ਦੇਣਾ, ਫਿਰ ਉਸ ਜਾਣਕਾਰੀ ਨੂੰ ਇਕੱਠੀ ਕਰਕੇ ਪੂਰੇ ਦੇ ਪੂਰੇ ਟੌਪਿਕ ਬਾਰੇ ਇੰਟਰੋਡਕਸ਼ਨ ਦੇਣਾ ਜਾਂ ਜਾਣਕਾਰੀ ਦੇਣਾ ਕਿ ਆਪਣੇ ਕੋਲੇ ਕੀ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਗਿਆਨ ਮਤਲਬ ਐਕਸਪਲੇਨ ਕਰਨਾ, ਸਿੰਪਲ ਹੈ ਨਾ। ਤਾਂ ਵਿਸ਼ਲੇਸ਼ਣ ਤੋਂ ਸੰਸਲੇਸ਼ਣ ਇਹ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਛੋਟੇ ਛੋਟੇ ਹਿੱਸੇ ਦੀ ਜਾਣਕਾਰੀ ਦਿੰਦੇ ਹੋਏ ਸੰਪੂਰਨ ਗਿਆਨ ਦੇਣਾ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਆਪਣੇ ਕੋਲ 8th ਦੈਟ ਇਜ਼ ਅਨੁਭਵ ਤੋਂ ਤਰਕ ਵੱਲ। ਅਨੁਭਵ ਤੋਂ ਤਰਕ ਵੱਲ ਦਾ ਮਤਲਬ ਕੀ ਹੋ ਗਿਆ, ਜਿਵੇਂ ਕਿ ਤੁਸੀਂ ਪਹਿਲਾਂ ਹਮੇਸ਼ਾ ਦੇਖਦੇ ਹੋਵੋਗੇ ਛੋਟੇ ਬੱਚਿਆਂ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਕਹਾਣੀ ਸੁਣਾਓ ਜੀ, ਫਸਟ ਸੈਕਿੰਡ ਕਲਾਸ ਦਾ ਬੱਚਾ ਇਹ ਨਹੀਂ ਕਹਿੰਦੇ ਕਿ ਮੈਨੂੰ ਉਹ ਸੁਣਾਓ, ਲੇਖ ਸੁਣਾਓ ਜੀ, ਨਹੀਂ, ਆਪਾਂ ਕਹਿੰਦੇ ਆ ਪੋਇਮ ਸੁਣਾਓ, ਹੈ ਨਾ। ਛੋਟੇ ਬੱਚਿਆਂ ਨੂੰ ਪੋਇਮਸ ਸਿਖਾਈਆਂ ਜਾਂਦੀਆਂ ਨੇ, ਕਿਉਂ? ਕਿਉਂਕਿ ਥੋੜ੍ਹੀਆਂ ਬਹੁਤ ਗਾਣੇ ਦੇ ਅਕੋਰਡਿੰਗ ਹੁੰਦੀਆਂ ਨੇ, ਇੱਕ ਰਿਦਮ ਹੁੰਦਾ ਉਹਨਾਂ ਦੇ ਵਿੱਚ, ਇੱਕ ਬੱਚੇ ਐਕਸ਼ਨ ਕਰਦੇ ਨੇ ਨਾਲ ਨਾਲ, ਗਾਣੇ ਦੀ ਤਰ੍ਹਾਂ ਹੁੰਦਾ, ਤਾਂ ਬੱਚੇ ਇੰਟਰਸਟ ਲੈ ਕੇ ਸਿੱਖਦੇ ਨੇ। ਤਾਂ ਮਤਲਬ ਉੱਥੋਂ ਸਟਾਰਟ ਕੀਤਾ ਜਾਂਦਾ ਹੈ, ਜਿਵੇਂ ਜਿਵੇਂ ਗਰੋ ਕਰਦੇ ਨੇ ਉਵੇਂ ਉਵੇਂ ਕਹਾਣੀਆਂ, ਲੇਖ ਵਗੈਰਾ ਸ਼ੁਰੂ ਹੋ ਜਾਂਦੀਆਂ ਨੇ, ਹੈ ਨਾ। ਤਾਂ ਆਪਾਂ ਇੱਥੇ ਕਿਹੜਾ ਮੈਥਡ ਅਪਣਾ ਰਹੇ ਹਾਂ, ਅਨੁਭਵ ਤੋਂ ਤਰਕ ਵੱਲ। ਅਨੁਭਵ ਤੋਂ ਲੈ ਕੇ ਜਾ ਰਹੇ ਹਾਂ ਕਿ ਹਾਂਜੀ ਬੱਚੇ ਨੂੰ ਇਹ ਚੀਜ਼ ਕਰਨੀ ਪਸੰਦ ਹੈ, ਇੱਦਾਂ ਕਰਦੇ ਕਰਦੇ, ਹੈ ਨਾ। ਤਰਕ ਜਦੋਂ ਆਪਾਂ ਲੇਖ ਵਗੈਰਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਲੌਜੀਕਲ ਥਿੰਕਿੰਗ ਲੱਗਦੀ ਹੈ ਕਿ ਬੱਚੇ ਜਦੋਂ ਆਪਣੇ ਵਿਊਜ਼ ਦਿੰਦੇ ਨੇ ਕਿ ਹਾਂਜੀ ਮੈਨੇ ਕੋਈ ਵੀ ਲੇਖ ਲਿਖਣਾ ਹੈ, ਕੋਈ ਫੋਰ ਐਗਜ਼ਾਮਪਲ ਕੋਈ ਵੀ ਲੇਖ ਲਗਾ ਲਓ, ਮੇਰਾ ਮਿੱਤਰੀ ਲਗਾ ਲਓ, ਤਾਂ ਉਹਦੇ ਵਿੱਚ ਵੀ ਉਹ ਸੋਚ ਸਮਝ ਕੇ ਲਿਖਦਾ ਹੈ ਕਿ ਹਾਂਜੀ ਇਹ ਚੀਜ਼ਾਂ ਆਉਣਗੀਆਂ, ਤਾਂ ਤਰਕ ਲੱਗਦਾ ਹੈ ਨਾ। ਮੈਂ ਰੇਲਵੇ ਸਟੇਸ਼ਨ ਦਾ ਦ੍ਰਿਸ਼ ਲਿਖਣਾ ਹੈ ਤਾਂ ਉਹਦੇ ਵਿੱਚ ਉਹ ਇਮੈਜਿਨ ਕਰੇਗਾ, ਤਰਕ ਕਰੇਗਾ ਕਿ ਹਾਂਜੀ ਇਹ ਚੀਜ਼ਾਂ ਰੇਲਵੇ ਸਟੇਸ਼ਨ 'ਤੇ ਹੁੰਦੀਆਂ, ਅਵੇਲੇਬਲ ਇਹ ਫੈਸਿਲਿਟੀ ਹੁੰਦੀ ਹੈ, ਤਾਂ ਉਹਦੇ ਬਾਰੇ ਲਿਖੇਗਾ। ਤਾਂ ਮਤਲਬ ਅਨੁਭਵ ਤੇ ਤਰਕ ਵੱਲ ਜਾ ਰਿਹਾ ਬੱਚਾ। ਤਾਂ ਪਹਿਲਾਂ ਆਪਾਂ ਉਹਨਾਂ ਨੂੰ ਕਵਿਤਾ, ਰਾਗ, ਗੀਤ ਇਹਨਾਂ ਦਾ ਗਿਆਨ ਦਿੰਦੇ ਹਾਂ, ਫਿਰ ਹੌਲੀ ਹੌਲੀ ਅੱਗੇ ਲੈ ਕੇ ਜਾਂਦੇ ਹਾਂ ਕਹਾਣੀ, ਇਕਾਂਗੀ, ਲੇਖ, ਇਹਨਾਂ ਚੀਜ਼ਾਂ ਵੱਲ, ਠੀਕ ਹੈ ਜੀ। ਤਾਂ ਇਹ ਸਾਰੇ ਮੈਥਡਸ ਹੈਗੇ ਨੇ ਆਪਣੇ ਭਾਸ਼ਾ ਸਿਖਾਉਣ ਦੇ ਸੂਤਰ। ਆਈ ਵਿਲ ਰਿਪੀਟ, ਗਿਆਤ ਤੋਂ ਅਗਿਆਨ, ਆਲਰੇਡੀ ਜੋ ਨੌਲੇਜ ਹੈ ਉਹਦੇ ਬੇਸਿਸ ਦੇ ਉੱਪਰ ਨਵੀਂ ਨੌਲੇਜ ਦੇਣਾ। ਸਰਲ ਤੋਂ ਕਠਿਨ, ਈਜ਼ੀ ਚੀਜ਼ਾਂ ਨੂੰ ਫੜਦੇ ਹੋਏ ਔਖੀਆਂ ਚੀਜ਼ਾਂ ਨੂੰ ਸਿਖਾਉਣਾ, ਜਿਵੇਂ ਕਿ ਹਾ, ਉਸ ਤੋਂ ਬਾਅਦ ਰਾ, ਉਸ ਤੋਂ ਬਾਅਦ ਸੱਸਾ, ਉਸ ਤੋਂ ਬਾਅਦ ਮੰਮਾ, ਲਿਖਣ ਦੇ ਤਰੀਕੇ ਦੇ ਵਿੱਚ, ਹੈ ਨਾ। ਬੱਚਿਆਂ ਨੂੰ ਵਿਸ਼ੇਸ਼ ਤੋਂ ਸਧਾਰਨ, ਇੱਕ ਸਪੈਸੀਫਿਕ ਆਬਜੈਕਟ ਉਹਨਾਂ ਸਾਹਮਣੇ ਰੱਖਣਾ, ਫਿਰ ਉਸਦੇ ਸਧਾਰਨ ਨਤੀਜਿਆਂ ਬਾਰੇ ਦੱਸਣਾ ਕਿ ਹਾਂਜੀ ਇਹਨਾਂ ਦੇ ਇਹ ਸਧਾਰਨ ਯੂਜ਼ ਹੁੰਦੇ ਨੇ। ਮੂਰਤ ਤੋਂ ਅਮੂਰਤ, ਪਿਕਚਰਸ ਤੋਂ ਬੱਚਾ ਬਿਨਾਂ ਪਿਕਚਰਸ ਤੱਕ ਜਾਂਦਾ, ਪਹਿਲਾਂ ਪਿਕਚਰਸ ਦੇ ਨਾਲ ਇਮੇਜ ਬਣਾ ਕੇ ਸਿੱਖਦਾ, ਫਿਰ ਉਸ ਤੋਂ ਬਾਅਦ ਬਿਨਾਂ ਪਿਕਚਰਸ ਤੋਂ ਆਪਣੇ ਮਾਈਂਡ ਦੇ ਵਿੱਚ ਇਮੇਜਸ ਨਾਲ ਸਮਝਣਾ ਸ਼ੁਰੂ ਕਰ ਦਿੰਦਾ। ਪੂਰਨ ਤੋਂ ਅੰਸ਼ ਵੱਲ, ਪਹਿਲਾਂ ਉਸਨੂੰ ਪੂਰਾ ਗਿਆਨ ਦਿੱਤਾ ਜਾਂਦਾ। ਇੱਕ ਫੋਰ ਐਗਜ਼ਾਮਪਲ ਵਾਕ ਦੀ ਐਗਜ਼ਾਮਪਲ ਲਈ ਸੀ ਆਪਾਂ, ਫਿਰ ਉਸਦੇ ਇਕੱਲੇ ਹਿੱਸੇ ਬਾਰੇ ਡਿਟੇਲ ਦੇ ਵਿੱਚ ਗਿਆਨ ਦਿੱਤਾ ਜਾਂਦਾ। ਆਗਮਨ ਤੋਂ ਨਿਗਮਨ ਵੱਲ, ਪਹਿਲਾਂ ਬਹੁਤ ਸਾਰੀਆਂ ਉਦਾਹਰਨਾਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ, ਜਿਵੇਂ ਕਿ ਆਪਾਂ ਨਾਂਵ ਵਾਲੀ ਐਗਜ਼ਾਮਪਲ ਲਈ ਸੀ, ਉਦਾਹਰਨਾਂ ਦੇ ਬੇਸਿਸ ਦੇ ਉੱਪਰ ਇੱਕ ਨਿਯਮ ਉਹਨਾਂ ਦੇ ਸਾਹਮਣੇ ਰਿਪਰੈਜ਼ੈਂਟ ਕੀਤਾ ਜਾਂਦਾ, ਠੀਕ ਹੈ ਜੀ। ਵਿਸ਼ਲੇਸ਼ਣ ਤੋਂ ਸੰਸਲੇਸ਼ਣ, ਪੂਰੀ ਨੌਲੇਜ ਛੋਟੀ ਛੋਟੀ ਨੌਲੇਜ, ਵਿਸ਼ਲੇਸ਼ਣ ਦਾ ਮਤਲਬ ਹੁੰਦਾ ਛੋਟਾ ਛੋਟਾ ਹਿੱਸਾ, ਛੋਟੇ ਛੋਟੇ ਹਿੱਸੇ ਦੀ ਨੌਲੇਜ ਦਿੰਦੇ ਹੋਏ ਪੂਰਨ ਗਿਆਨ ਉਹਨਾਂ ਨੂੰ ਦਿੱਤਾ ਜਾਂਦਾ। ਅਨੁਭਵ ਤੋਂ ਤਰਕ ਵੱਲ, ਕਵਿਤਾ, ਰਾਗ, ਇਹਨਾਂ ਚੀਜ਼ਾਂ ਤੋਂ ਹੁੰਦੇ ਹੋਏ ਕਹਾਣੀ, ਇਕਾਂਗੀ ਵੱਲ ਨੂੰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਭਾਸ਼ਾ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਠੀਕ ਹੈ। ਚਲੋ ਅੱਗੇ ਆਪਾਂ ਪੜ੍ਹਦੇ ਹਾਂ ਭਾਸ਼ਾ ਸਿਖਾਉਣ ਦੇ ਸਿਧਾਂਤ ਕਿਹੜੇ ਕਿਹੜੇ ਨੇ। ਤਾਂ ਭਾਸ਼ਾ ਸਿਖਾਉਣ ਦਾ ਸਭ ਤੋਂ ਪਹਿਲਾ ਸਿਧਾਂਤ ਹੈਗਾ ਜੀ ਅਨੁਕਰਨ ਦਾ ਸਿਧਾਂਤ। ਜਿਵੇਂ ਕਿ ਆਪਾਂ ਨੂੰ ਪਤਾ ਹੈ ਅਨੁਕਰਨ ਕੀ ਹੁੰਦਾ, ਅਨੁਕਰਨ ਦਾ ਮਤਲਬ ਹੁੰਦਾ ਨਕਲ। ਤਾਂ ਅਗਰ ਤੁਸੀਂ ਭਾਸ਼ਾ ਸਿਖਾਉਣੀ ਹੈ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬੱਚੇ ਨਕਲ ਕਰਕੇ ਬਹੁਤ ਵਧੀਆ ਤਰੀਕੇ ਨਾਲ ਸਿੱਖਦੇ ਨੇ। ਨਕਲ ਕਰਨਾ ਕੋਈ ਨੈਗੇਟਿਵ ਚੀਜ਼ ਨਹੀਂ ਹੈ, ਨਕਲ ਕਰਕੇ ਬੱਚੇ ਬਹੁਤ ਕੁਝ ਸਿੱਖਦੇ ਨੇ। ਮਤਲਬ ਜਿਵੇਂ ਤੁਸੀਂ ਬੈਸਟ ਐਗਜ਼ਾਮਪਲ ਲੈ ਲਓ, ਇੱਕ ਇੱਦਾਂ ਦੇ ਬੱਚੇ ਵੀ ਹੁੰਦੇ ਆ, ਛੋਟੀ ਉਮਰ ਇੱਦਾਂ ਦੀ ਵੀ ਹੁੰਦੀ ਹੈ, ਆਪਾਂ ਕਹਿ ਦਿੰਦੇ ਹਾਂ ਕਿ ਬੱਚੇ ਕਾਪੀ ਬਹੁਤ ਕਰਦੇ ਨੇ,
है ना। मेरे टीचर्स ने की किया होया, मेरे पेरेंट्स की कर रहे हैं, उन्होंने कॉपी करते हैं। गर्ल्स टीचर्स की तरह बिहेव करदियां ने, अपने मदर की तरह बिहेव करदियां ने, बॉयज़ अपने फादर की तरह बिहेव करते हैं, है ना। तो मतलब उन्होंने कॉपी करने की कोशिश करते हैं, नकल करते हैं। तो सिमिलरली जेकर आप इसनूं भाषा दे विच लैके चलीए तो इदां दा इन्वायरमेंट क्यों बनाया जाता है कि सारे बच्चे इंग्लिश ही बोलणगे, सारे बच्चे हिंदी ही बोलणगे, जां सारे बच्चे पंजाबी ही बोलणगे, क्योंकि बच्चा नकल करके सीखता है। ठीक है जी। तो इदां दा इन्वायरमेंट बनाया जाता है जिहदे विच बच्चा कॉपी कर सके। तो अनुकरण का सिद्धांत बहुत जरूरी है। इस दे विच मदर टंग की तो तुहानूं पता ही है कि मदर टंग तो सिੱਖੀ ही अनुकरण नाल जाती है ना। सैकेंड अगर आप गल करिए, पहला मौखिक फिर लिखित, इस चीज़ को हमेशा ध्यान च रखना है। कोई भी लैंग्वेज पहला मौखिक सिखाई जानी चाहिए है, फिर लिखित होनी चाहिए है। बच्चा डायरैक्टली लिख रहा पर उसनूं बोलनी नहीं आती, ये तुसीं कदे भी सोच के देखो ये चीज़ पॉसीबल है नहीं। जिहड़ी चीज़ उसनूं बोलनी नहीं आती मतलब उसके बारे उसके मन के विचार तो हैगे ने पर एक्सप्रैस नहीं करने आते। अगर उसनूं एक्सप्रैस ही नहीं करने आते तो लिखेगा किवें, वैरी बेसिक थिंग है ना। तो सब तो पहला बच्चे की मौखिक भाषा वाल ध्यान देना चाहिए, मौखिक रूप वाल ध्यान देना चाहिए, फिर वह लिखित सिखाया जाना चाहिए उसनूं। ठीक है। सहज सुभाविकता, नैचुरल जो एक प्रोसीजर होना चाहिए, इन्वायरमेंट इदां दा क्रिएट करना चाहिए। ठीक है। सिर्फ किताबां तक सीमित नहीं रहना चाहिए, कोशिश करनी चाहिए कि बच्चा जिन्ना हो सके उन्ना कुदरती तरीके नाल सीखे, नैचुरली सीखे। ठीक है। अभिप्रेरणा का सिद्धांत, बच्चे अंदर प्रेरणा होनी चाहिए है। अगर बच्चे के अंदर ही यह मोटिवेशन नहीं हैगी कि हाँ जी मैं कुछ सीखना है तो नहीं सीख सकेगा। ठीक है। अभ्यास, ज़्यादा तो ज़्यादा प्रैक्टिस होनी चाहिए है। जिन्नी भी किसी चीज़ की ज़्यादा प्रैक्टिस की जाती है उन्नी उसदे विच अपना अनुभव, अपनी पकड़ उन्नी ज़्यादा मजबूत होंदी है। तो सेम ही चीज़ भाषा के लिए है, सैकेंड लैंग्वेज के लिए है। जिन्नी बच्चा अभ्यास करेगा, नॉट ओनली फॉर सैकेंड लैंग्वेज, फर्स्ट लैंग्वेज भी तुसीं देखो उसकी प्रैक्टिस ही इन्नी ज़्यादा हो जाती है कि वो किन्नी वधिया पंजाबी जां किन्नी वधिया मदर टंग सीख लैंदा है ना, प्राप्त कर लैंदा। कहने का मतलब तो अभ्यास बहुत ज़्यादा जरूरी है। व्यक्तिगत भिन्नता का सिद्धांत, हम देखो हर एक बच्चा इंडिविजुअल होंदा। किसी बच्चे नूं वधिया लिखना आंदा, किसी बच्चे नूं वधिया लिखना नहीं आंदा, तो हर एक नूं आपां सेम तरीके नाल नहीं समझा सकते जां सेम तरीके नाल नहीं सिखा सकते। इस चीज़ का ध्यान रखना है कि किहड़ा बच्चा ग्रामर दे विच वीक है, किहड़ा बच्चा दे विच शब्दां नूं लिखण दे विच वीक है, किहड़ा बच्चा किस तरीके नाल इंटैलीजेंट है, किस तरीके नाल वीक है। उन्हां दी इंडिविजुअल जिहड़ियां कमियां ने उन्हां उपर काम करना जरूरी है। हुण एक बच्चा है जिसनूं स्पैलिंग मिसटेक है, ठीक है, दूसरा बच्चा है जिसनूं प्रनाउंसीएशन दे विच दिक्कत है, तुसीं दोनों नूं सेम ही तरीके नाल समझाण बैठोगे तो की उन्हां दी कमियां दूर होणगियां? नहीं। व्यक्तिगत भिन्नता का सिद्धांत अपनाना जरूरी है कि हर एक बच्चे की जिहड़ी इंडिविजुअल प्रॉब्लम्स ने उन्हां उपर काम किया जा सके। ठीक है। अनुपात अते क्रम का सिद्धांत, बिल्कुल। बोलचाल का सिद्धांत, वैरी बेसिक। बाल केंद्रता का सिद्धांत, बोलचाल दे विच अपने भाषा नूं लैके आओगे तो बच्चे सीखणगे। ठीक है। कर्म का सिद्धांत होना चाहिए है। ठीक है। सही अनुपात दे विच सही तरीके नाल बच्चा बोल सके, सॉरी बच्चे नूं सिखाया जा सके। ठीक है। बाल केंद्रता का सिद्धांत मतलब बच्चे नूं सेंटर मन्निया जाए। ये नहीं होना चाहिए कि तुसीं बच्चे के उपर बच्चे नूं सिखा रहे हो पर बच्चे की कमियां का पता नहीं। बच्चे नूं सेंटर मनण का मतलब ये नहीं है कि सारा ध्यान मतलब यह है कि बच्चे की कल्ली कल्ली चीज़ बारे आपां नूं पता होना चाहिए कि इसका किहड़ा वीक पॉइंट है, किहड़ा स्ट्रोंग पॉइंट है, किहदे उपर आपां ज़्यादा काम करना है, किस नूं ध्यान दे विच रख के अपने बच्चे नूं लैंग्वेज सिखानी है। सारा का सारा फोकस अपना बच्चे के उपर होना चाहिए। इसनूं आपां कहने बाल केंद्रता। ठीक है। अनुपात ते कर्म का सिद्धांत, इहदा मतलब की हो गया, इहदा मतलब हो गया कि सही तरीके नाल आपां ने बच्चे नूं सिखाना है, एक्टिविटीज़ करवानियां ने, कदों किहड़ी एक्टिविटी करवानी है, कदों पढ़ाना है, कदों बोलना है, हर एक चीज़ में प्रॉपर सही अनुपात दे विच लैके चलना। बोल चाल का सिद्धांत तो तुहानूं पता ही है। ठीक है जी। नैक्सट अगर आप गल करिए क्रियाशीलता का सिद्धांत, क्रियाशीलता ओबीअसली एक्टिविटीज़ होनी चाहिए ने। चोन करन का सिद्धांत, चोन होनी चाहिए है, बच्चे के अकॉर्डिंग आपां नूं चलना चाहिए है। ठीक है। चलो चोन करन का सिद्धांत इन द सेंस कि अपने कोल किहड़ियां टीचिंग एड्स ने, सॉरी ये मैं थोड़ा रॉन्ग बोल गई सी। हाँ जी, बहुत सारिया टीचिंग एड्स ने, आपां किहड़ी टीचिंग एड नूं यूज़ करना, बहुत सारे अपने कोल होने मैथड्स ने, आपां किहड़ा मैथड नूं चूज़ करना, बहुत सारे अपने कोल आपां कह सकते हैं कि तरीके ने, आपां किहड़ा तरीका यूज़ करना कि जिहदे नाल बच्चे की वधिया टीचिंग हो सके, वधिया बच्चा भाषा सीख सके। तो चोन का सिद्धांत बहुत जरूरी है। ठीक है जी। चलो ये तो सी भाषा सिखाउण दे सिद्धांत किहड़े होने चाहिए ने। फिर आपां गल करते हैं उसनूं प्रभावित किहड़े तत्त करते हैं। हुण जो तुसीं बच्चे नूं भाषा सिखा रहे हो तो किहड़ी चीज़ां इफैक्ट भी करदियां ने। ठीक है। प्रेरणा, टीचर के अंदर ते बच्चे के अंदर
चिल्ड्रन के अंदर, स्टूडेंट के अंदर प्रेरणा होनी बहुत ज़रूरी है। फॉर एग्जाम्पल तुसी आइल्स करन चले गए, हाँ जी मैंने बाहर जाना है, ठीक है, जो तक थोड़े अंदर प्रेरणा नहीं हैगी तुसी नहीं कर सकते, जो तक एक टारगेट नहीं हैगा, एक अंदरों आप कह सकते हैं कि मोटिवेशन नहीं हैगी, और वो कोई इदा नहीं कि मोटिवेशनल वीडियोज़ देख देख के आती है, नहीं, ये अपने अंदरों ही होंगे। जो अपने उपर जिम्मेवारियां पैंदियां तो अपन ऑलरेडी नैचुरली अपने अंदरों आना शुरू हो जाता है कि हाँ जी मैं ये काम करना है और मैं ये काम करना ही करना है, चाहे कुछ मर्जी हो जाए, ठीक है। तो एक प्रेरणा होनी जरूरी है, एक मोटिवेशन होनी जरूरी है, ताकि आप किसी को सिखा सकते हैं और ताकि वो पर्सन सीख सकता है। सेम थिंग अपने को लैंगुएज के टीचिंग के होंगी है, ठीक है। रुचि होनी जरूरी है। अगर थोड़ा इंटरस्ट ही नहीं हैगा, फॉर एग्जाम्पल थोड़ा मैथ के कोई इंटरस्ट ही नहीं हैगा, तो हुण मैं तुहानूं कहना +1 +2 का मैथ सॉल्व करो, तुसीं करोगे? बिल्कुल नहीं। अगर थोड़ा इंटरस्ट ही नहीं हैगा तो तुसीं कर ही नहीं सकते, धक्का नहीं कर सकते होंगे, ठीक है। उत्साह का मतलब होना जरूरी है कि खुशी खुशी उस काम को किया जा सके। अगर तुहाडा प्रेरणा है, तुहाडी रुचि है, तो उत्साह आपे आ जाएगा, नो डाउट, ठीक है। अर्थपूर्ण उद्देश्य, एक उद्देश्य होना जरूरी है, एक टारगेट होना जरूरी है कि हाँ जी मैंने ये काम करना है, इहदा मेरा यह उद्देश्य है, इहदे नाल मैनूं ये बेनीफिट मिलेगा, ठीक है। सिखण समग्री, टीचिंग एड्स का होना बहुत जरूरी है। तुसीं कोई भी सबजैक्ट पढ़ा रहे हो, कोई भी टीचिंग एड्स के नाल बहुत ज़्यादा इफेक्टिव बनाई जा सकती है ना। सिखण समग्री होनी बहुत ज़्यादा जरूरी है। परिवर्तनशील कारक, जिहड़े परिवर्तनशील कारक ने उन्होंने ध्यान दे विच रखना जरूरी है, ठीक है, कि किहड़े चेंजिस आ रहे हैं, तो उन्होंने ध्यान च रख के जिहड़े परिवर्तनशील कारक किवें हो सकते हैं, जिवें कि फॉर एग्जाम्पल बच्चे दे विच हौली हौली चेंजिस आ रहे हैं, है ना, इन्वायरमेंट दे विच हौली हौली चेंजिस आ रहे हैं, तो इन्हां सारिਆਂ ਨੂੰ ध्यान दे विच रखना। मानसिक संतुलन, ओबीअसली सरीरिक सेहत सही होनी चाहिए है। बच्चा बीमार है तो तुम उसको सिखाओगे तो नहीं सीख सकेगा। पहला उसकी सरीरिक सेहत, उसका मानसिक संतुलन सही होना बहुत जरूरी है। मानसिक संतुलन इन द सेंस, अगर बच्चा किते ना किते उन्ना मैच्योर नहीं है जिन्ना उसनों अपनी उम्र के हिसाब नाल होना चाहिए है, तो तुसीं उसनों नहीं सिखा सकते। 20 साल का बच्चा जेकर 5 साल के बच्चे की तरह बिहेव कर रहा है, तो तुसीं उसनों 20 साल वाली एक्टिविटीज़ नहीं सिखा सकते, और 5 साल वाली एक्टिविटीज़ ही सीख सकता है। समझ रहे हो मेरी गल नूं? दूसरा, शारीरिक सेहत भी जरूरी है, सही होना। अगर तुसीं बीमार हो तो तुसीं नहीं पढ़ सकते, तुसीं ध्यान ही नहीं लगा पाओगे, कंसनट्रेशन ही नहीं कर पाओगे, ठीक है। बुद्धि, ओबीअसली वही पॉइंट आ जाता है। सीखण दे लई उचित वातावरण का होना बहुत जरूरी है। मतलब आप की कह सकते हैं, फॉर एग्जाम्पल जून जुलाई का महीना है, ऊपर सिर्फ एक पखा चल रहा है, ठीक है, और वो पखा भी इस तरीके नाल चल रहा है कि बार बार पूछ रहा है भी मैं चलना या ना चला। बहुत हौली गर्मी ही गर्मी है, बत्ती चली जाती है, लाइट चली जाती है, तो इन्नी गर्मी इन्नी इदा दे इन्वायरमेंट दे विच बच्चा नहीं पढ़ सकता। इनडायरैक्टली या डायरैक्टली किवें ना किवें वो डिस्ट्रैक्ट होएगा ही होएगा। तुसीं चाह के भी, चाहे उहदे अंदर जिन्ना मर्जी उत्साह है, कुछ भी है, जो उस इन्वायरमेंट सही नहीं है तो किते ना किते कोई ना कोई मिसिंग पॉइंट रह जाता होंदा है ना। तो इन्वायरमेंट सही होना चाहिए। उम्र, 5 साल के बच्चे नूं आपां 15 साल वाले चीज़ां नहीं सिखा सकते। जो उसकी उम्र है उसके अकॉर्डिंग ही आपां नूं उन्हां नूं सिखाना चाहिए है, उसकी उम्र ही आपां नूं ज्ञान देना चाहिए है, ठीक है। तो ये सारे तत्त सी कि किहड़े तत्त प्रभावित करते हैं। लास्ट बट नॉट द लिस्ट एंड वेरी वेरी इंपोर्टेंट ऑल्सो, कि सीखण ते अध्यापन च की फर्क है। सीखण ते अध्यापन, हुण तुसीं सीख रहे हो, मैं अध्यापन कर रही हाँ, तो इन्हां दोनों दे विच की रिलेशन है, समझ आ रहा होएगा कि यह प्रक्रिया एक ही सिक्के के 2 पहलू की तरह काम करती है। अगर कोई सिखा रहा है तो उसनों आपां अध्यापन बोलते हैं, दूसरा पर्सन सीख रहा है उसनों आपां सीखण बोलते हैं। तो हुण जेकर अगर कोई एक जना अध्यापन करेगा तो ही दूसरा पर्सन सीखेगा ना। अगर पहला पर्सन सीख रहा है तो दूसरा कोई ना कोई तो अध्यापन कर ही रहा होएगा, मतलब दोनों एक दूजे नाल रिलेटेड ने। पॉसिबल ही नहीं हैगा कि एक ना होवे तो दूसरा काम कर जाए, है ना। दोनों का होना बहुत जरूरी है, ताकि कह सकते हैं कि एक सिक्के के 2 पहलू की तरह ही काम करते हैं। अध्यापन ही सिखण नूं जन्म दिंदा है, बिल्कुल। अगर तुसीं पढ़ा रहे हो, तुसीं अध्यापन कर रहे हो, तो उहदे नाल ओबीअसली सीखना बन रहा है, बच्चे सीख रहे हैं नैचुरली। अध्यापन दी सारियां क्रियावां दा केंद्र की है, सीखना है। तो तुसीं अध्यापन करदे क्यों? मेन टारगेट की है तुहाडा कि बच्चे सीख सकन। तो सारा कुछ घुम फिरा के अध्यापन का रीजन ही की है, सीखना। सीखना अध्यापन का नतीजा है रिपीट। अध्यापन ते सीखना दोनों कलावां ने जो एक दूजे ते निर्भर करदियां ने। अध्यापन करना एक कला तो घट नहीं है, सीखना भी किसी कला तो घट नहीं है, बट ये दोनों कलावां एक दूजे ते निर्भर करदियां ने। वधिया दा अध्यापन होएगा तो वधिया सीखा जा सकता है, वधिया सीखण दा मोटिव होएगा तो वधिया अध्यापन किया जा सकता है, ठीक है। तो दोनों ही एक दूजे के उपर की करदियां ने जी, डिपेंड करदियां ने। क्लीयर है? तो यह सीगा अज का टॉपिक अपना विच इस चैप्टर नंबर 2, जो कि पूरी तरह कंप्लीट हुंदा है। और इत्थे ही अपना टॉपिक जो कंप्लीट हो गया,
ਕੱਲ੍ਹ ਨੂੰ ਆਪਾਂ ਇਸ ਦੇ ਲੈ ਕੇ ਆਵਾਂਗੇ MCQs ਔਰ ਇਹਨਾਂ MCQs ਤੋਂ ਬਾਅਦ ਆਪਾਂ ਚੈਪਟਰ ਨੰਬਰ 3 ਸ਼ੁਰੂ ਕਰਾਂਗੇ। ਠੀਕ ਹੈ ਜੀ, ਲਾਈਕ ਕਰ ਦਿਓ ਜੇਕਰ ਤੁਹਾਨੂੰ ਕਲਾਸ ਪਸੰਦ ਆਈ, ਸ਼ੇਅਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਨਾਲ, ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਠੀਕ ਹੈ, ਜੇਕਰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰੀ ਹੈ। ਠੀਕ ਹੈ, ਕਲੀਅਰ ਹੈ। ਚਲੋ, ਤਾਂ ਇਸ ਦੇ ਨਾਲ ਹੀ ਆਪਾਂ ਇੱਥੇ ਸਟਾਪ ਕਰਦੇ ਹਾਂ, ਐਂਡ ਥੈਂਕ ਯੂ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।